सतनाम श्री वाहिगुरु साहिब जीओ। गुर बर अकाल कै हुक्म सै उपज्यो बिगियाना। तब सहजे रचियो खालसा साबत मरदाना। इउं तीसर पंथ रचायोन बड़ सूर गहेला। वाह वाह गोबिंद सिंह आपे गुर चेला। वाह प्रगट्यो मर्द अगमड़ा वरियाम अकेला। वाह वाह गोबिंद सिंह आपे गुर चेला। ओह गुर गोबिंद होए प्रगट्यो ओ गुर गोबिंद होए प्रगट्यो। वड सूर गहेला। वाह वाह गोबिंद सिंह आपे गुर चेला। जुगो जुग अटल दसां पातशाहियां दे आत्म स्वरूप ਗਿਆਨ ਦੇ ਮੁਜੱਸਮੇ ਜੀ ਦਾਨ ਦੇ ਦਾਤੇ ਭਗਤ ਵਛਲ ਕਿਰਪਾ ਨਿਧਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਵਿਖੇ ਸੋਭਨੀਕ परम सन्मानयोग गुरु रूप गुरु सवारे खालसा साध संगत जी। अज बहुत खुशियां भरिया सुभागां भरिया गुरु खालसे पंथ दा साजना दिवस। अमृत के दाते पंथ के वाली धन धन श्री गुरु गोबिंद सिंह साहिब दसवें पातशाह गुरु नानक जोत का 10वां जामा। कई बार असी भुल कर जाने हाँ तो यह शब्द साड़ी जुबानों निकलता है कि गुरु नानक की 10वीं जोत। ये मैं किसी ते कटाक्ष नहीं कर रहा पर यह साड़ी भुल हुंदी है। जोत तो एक ही रहेगी, उस जोत के जामे बदलते गए ने। जामा किनू कहते हैं? कपड़े नू। जोत ओहा जुगत साए सहकाया फेर पलटी है। जोत नहीं बदलती, जामे बदले ने। बहुत सन्मानयोग ते बड़ी सत्कारयोग गुरमुख प्यारे सरदार उज्जल सिंह जी, मैनू खुशी हुई जदों हुणे आपने ये बात संगतां दे नाल सांझी कीती है कि खालसा पंथ ओहो ही पंथ है जिन्हों भाई गुरदास जी गुरु ग्रंथ साहब महाराज दे पहले स्वरूप दे लिखारी उन्होंने पहले पातशाह जी की बात पाउंदियां आखिया, मारिया सिक्का जगत विच नानक निर्मल पंथ चलाया। ते उसे जोत दे 10वें जामे धन श्री गुरु गोबिंद सिंह जी दीयां बातां पाउंदियां भाई गुरदास सिंह जी दूजे भाई गुरदास जी वो कहते ने, गुर संगत कीनी खालसा मन मुखी दोहेला। उथे बचन आया है निर्मल पंथ, इथे बचन आया है खालसा पंथ। हुण जरा ध्यान दईए भी निर्मल विच ते खालसे दे विच अंतर की है। जो अर्थ निर्मल दा ओही अर्थ तां खालसे दा है। निर्मल का मतलब है जिस विच मैल कोई नहीं, जो साफ है प्योर है। ते खालसा का मतलब भी ये है जिहदे विच मिलावट कोई नहीं, जो खालस है जो प्योर है।
ਜਿਹੜਾ ਕਾਰਜ ਸਤਿਗੁਰਾਂ ਨੇ ਪਹਿਲੇ ਜਾਮੇ ਵਿੱਚ ਆਰੰਭ ਕੀਤਾ, ਆਪਣੇ ਉਸੇ ਕਾਰਜ ਨੂੰ 10 ਜਾਮਿਆਂ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸੰਪੂਰਨਤਾ ਬਖਸ਼ੀ ਹੈ। ਕੋਈ ਸੱਜਣ ਇਹ ਉਦਾਹਰਣ ਦਿੰਦਾ ਹੈ ਕਿ ਪਹਿਲੇ ਸਤਿਗੁਰੂ ਜੀ ਨੇ ਡਰਾਇੰਗ ਦਾ ਇੱਕ ਸਕੈਚ ਬਣਾਇਆ, 9 ਪਾਤਸ਼ਾਹਾਂ ਨੇ ਇਹਦੇ ਵਿੱਚ ਰੰਗ ਭਰੇ ਤੇ 10ਮ ਪਾਤਸ਼ਾਹ ਨੇ ਇਹਨੂੰ ਫਰੇਮ ਕਰਕੇ ਪੂਰਾ ਕਰ ਦਿੱਤਾ। ਕਿਸੇ ਵਿਦਵਾਨ ਨੇ ਇਸ ਤਰ੍ਹਾਂ ਵੀ ਵਿਆਖਿਆ ਕੀਤੀ ਹੈ ਕਿ ਮੇਰੇ ਸਤਿਗੁਰੂ ਜੀ ਨੇ ਪਹਿਲੇ ਜਾਮੇ ਦੇ ਵਿੱਚ ਉਹ ਬੀਜ ਬੀਜਿਆ ਤੇ ਬਾਕੀ 9 ਜਾਮਿਆਂ ਦੇ ਵਿੱਚ ਉਸ ਬੀਜ ਦੀ ਰਖਵਾਲੀ ਕੀਤੀ, ਉਹਨੂੰ ਪਾਣੀ ਲਾਇਆ, ਉਹਦੀ ਗੋਡੀ ਕੀਤੀ ਤੇ ਉਹ ਵੱਧਦਾ ਵੱਧਦਾ ਏਡਾ ਵੱਡਾ ਦਰਖਤ ਬਣਿਆ ਕਿ ਜਦੋਂ ਮੇਰੇ ਹਜੂਰ ਨੇ 10ਵੇਂ ਜਾਮੇ ਵਿੱਚ ਆ ਕੇ ਸਾਰੇ ਜਗਤ ਨੂੰ ਸੱਦਾ ਦਿੱਤਾ, ਦੁਨੀਆ ਦੇ ਲੋਕੋ, ਪਾਪ ਵਿਕਾਰਾਂ ਤੇ ਜ਼ੁਲਮ ਦੀ ਧੁੱਪ ਦੇ ਮਾਰਿਓ ਹੋਇਓ, ਇਸ ਮੇਰੇ ਦਰਖਤ ਦੀ ਛਾਵੇਂ ਆ ਕੇ ਬੈਠੋ, ਇੱਥੇ ਤੁਹਾਨੂੰ ਠੰਡ ਵੀ ਮਿਲੇਗੀ, ਇਹਦੇ ਫਲਾਂ ਦੇ ਨਾਲ ਤੁਹਾਡੀ ਭੁੱਖ ਵੀ ਮਿਟੇਗੀ, ਤੁਹਾਡੀ ਪਿਆਸ ਵੀ ਮਿਟੇਗੀ। ਵਿਦਵਾਨ ਸੱਜਣਾ ਨੇ ਆਪਣੀ ਆਪਣੀ ਬੋਲੀ ਅਨੁਸਾਰ, ਆਪਣੀ ਆਪਣੀ ਵਿਦਵਤਾ ਅਨੁਸਾਰ ਗੱਲਾਂ ਕੀਤੀਆਂ ਨੇ, ਪਰ ਸਾਰੀਆਂ ਗੱਲਾਂ ਦਾ ਸਾਰ ਇਹ ਨਿਕਲਦਾ ਕਿ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਉਸੇ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜੋ ਬਚਨ ਭਾਈ ਗੁਰਦਾਸ ਸਿੰਘ ਜੀ ਨੇ ਲਿਖੇ ਨੇ, ਪੀਵਹੁ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਗੱਲ ਇੱਕੋ ਹੀ ਹੈ ਸਾਧ ਸੰਗਤ ਜੀ, ਉਸੇ ਪੁਰਖ ਦਾ ਨਾਮ ਗੁਰਬਾਣੀ ਦੇ ਵਿੱਚ ਸਚਿਆਰ ਆਇਆ ਹੈ, ਫਿਰ ਗੁਰਮੁਖ, ਫਿਰ ਉਹਨੂੰ ਸੰਤ, ਫਿਰ ਉਹਨੂੰ ਸਾਧੂ, ਉਹਨੂੰ ਬ੍ਰਹਮ ਗਿਆਨੀ, ਜੀਵਨ ਮੁਕਤ। ਤੇ ਕਹਿੰਦਿਆਂ ਕਹਿੰਦਿਆਂ ਜਦੋਂ ਅਖੀਰ ਤੇ ਫਾਈਨਲ ਜਗ੍ਹਾ ਤੇ ਆ ਕੇ ਬਚਨ ਬਖਸ਼ਿਆ ਤਾਂ ਮੇਰੇ ਦਾਤਾ ਜੀ ਕਹਿੰਦੇ ਨੇ ਮੇਰਾ ਖਾਲਸਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹੀ ਆਪਣੇ ਮਨਾਂ ਦੇ ਵਿੱਚ ਧਾਰਨ ਕਰੀਏ। ਬਹੁਤ ਲੋਕ ਐਸੇ ਨੇ ਜਿਹੜੇ ਲੋਕ ਸਾਨੂੰ ਭਟਕਾਉਣ ਦਾ ਯਤਨ ਕਰਦੇ ਨੇ। ਕੋਈ ਕਿਤਾਬਾਂ ਲਿਖ ਗਿਆ ਹੈ, ਕੋਈ ਕਿਸੇ ਹੋਰ ਤਰੀਕੇ ਦੇ ਯਤਨ ਕਰ ਗਿਆ। ਇੱਥੋਂ ਤੱਕ ਗੁਰਮੁਖੋ ਕਿ ਸਿੱਖਾਂ ਦੇ ਦੁਸ਼ਮਣ ਸਿੱਖੀ ਭੇਸ ਬਣਾ ਕੇ ਵੀ ਗੁਰਬਾਣੀ ਦੀ ਵਿਆਖਿਆ ਦਾ ਰੂਪ ਬਾਹਰੋਂ ਦੇ ਕੇ ਤੇ ਅੰਦਰ ਉਹਦੇ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਗੁੜ ਵਿੱਚ ਲਪੇਟ ਕੇ ਜ਼ਹਿਰ ਦੇਣੀ, ਉਹ ਇਦਾਂ ਵੀ ਦੇ ਕੇ ਗਏ ਨੇ। ਉਹਨਾਂ ਨੇ ਬਾਹਰੋਂ ਆਖਿਆ ਮੈਂ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਪਰ ਅੰਦਰ ਉਹਦੇ ਜ਼ਹਿਰ ਸੀ। ਤੇ ਉਹ ਜ਼ਹਿਰ ਇਹ ਹੈ ਕਿ ਜੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੂੰ ਦੋ ਮੰਨ ਲਈਏ ਤੇ ਫਿਰ ਖਾਲਸੇ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ। ਇਹ ਚੇਤਾ ਰੱਖਣ ਯੋਗ ਬਾਤ ਹੈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਇੱਕ ਨੇ। ਜਿੱਦਣ ਕਿਸੇ ਨੇ ਭਲੇਖੇ ਨਾਲ ਸਮਝ ਲਿਆ ਗੁਰੂ ਨਾਨਕ ਹੋਰ ਤੇ ਗੁਰੂ ਗੋਬਿੰਦ ਸਿੰਘ ਹੋਰ, ਉਦਣ ਗੁਰੂ ਪਿਆਰਿਓ ਖਾਲਸੇ ਪੰਥ ਦੀ ਜਿਹੜੀ ਬਣਤਰ ਹੈ ਇਹ ਚਰਮਰਾ ਜਾਵੇਗੀ, ਇਹ ਡੋਲ ਜਾਵੇਗੀ। ਉਦਣ ਖਾਲਸਾ ਆਪਣੇ ਪੈਰਾਂ ਤੇ ਸਾਬਤ ਨਹੀਂ ਰਹਿ ਸਕੇਗਾ। ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀਆਂ ਦੇ ਵਿੱਚੋਂ ਸਿਰਮੌਰ ਭਾਈ ਨੰਦ ਲਾਲ ਜੀ ਨੂੰ ਪੁੱਛੀਏ, ਉਹਨਾਂ ਨੇ ਬਹੁਤ ਪਿਆਰੇ ਬਚਨ ਕਹੇ। ਉਹਨਾਂ ਨੇ ਆਖਿਆ ਹਮੂ ਨਾਨਕ ਅਸਤ, ਹਮੂ ਕਹਿੰਦੇ ਨੇ ਤੁਸੀਂ ਹੀ ਹੋ। ਹਮੂ ਨਾਨਕ ਅਸਤ, ਹਮੂ ਅੰਗਦ ਅਸਤ, ਹਮੂ ਅਮਰਦਾਸ ਅਫਜ਼ਲੋ ਅਮਜ਼ਦ ਅਸਤ, ਹਮੂ ਰਾਮਦਾਸ, ਹਮੂ ਅਰਜਨ ਅਸਤ, ਹਮੂ ਹਰ ਗੋਬਿੰਦੋ ਅਕਰਮੋ ਐਸਨ ਅਸਤ, ਹਮੂ ਹਸਤ ਹਰ ਰਾਏ ਕਰਤਾ ਗੁਰੂ, ਬਦੋ ਆਸ਼ਕਾਰਾ ਹਮਾ ਪੁਸ਼ਤੋਰੂ, ਹਮੂ ਹਰ ਕਿਸ਼ਨ ਆਮਦੈ ਸਰ ਬੁਲੰਦ, ਅਜ਼ੋ ਹਾਸਿਲ ਉਮੀਦੇ ਹਰ ਮੁਸ਼ਤਮੰਦ, ਹਮੂ ਹਸਤ ਤੇਗ ਬਹਾਦਰ ਗੁਰੂ, ਕੇ ਗੋਬਿੰਦ ਸਿੰਘ ਆਮਦ ਅੱਜ ਨੂਰੇਊ। ਉਹ ਕਹਿੰਦੇ ਨੇ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਸ਼ਬਦੋ ਜੌਹਰੋ ਮਾਣਿਕ ਅਸਤ। ਤੁਸੀਂ ਹੀ ਗੁਰੂ ਨਾਨਕ ਹੋ, ਤੁਸੀਂ ਹੀ ਗੁਰੂ ਗੋਬਿੰਦ ਸਿੰਘ ਹੋ। ਤੇ ਅਗਲੀ ਬੇਨਤੀ ਕਿ ਜਦੋਂ ਆਪਾਂ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਜੋਤ 10 ਪਾਤਸ਼ਾਹਾਂ
ਤੇ ਇੱਕ ਕਈ ਵਾਰਾਂ ਗਲਤੀ ਇਹ ਕਰ ਜਾਂਦੇ ਆ ਕਿ ਫਿਰ ਆਪਾਂ ਕਹਿ ਦਿੰਨੇ ਆ ਕਿ 11ਵੀਂ ਪਾਤਸ਼ਾਹੀ। ਇਹ ਵੀ ਮੈਨੂੰ ਖਿਮਾ ਕਰਿਓ, ਕੋਈ ਗੁੱਸਾ ਨਾ ਕਰਿਓ, ਕਿਸੇ ਤੇ ਕਟਾਕਸ਼ ਨਹੀਂ ਹੈ ਜੇ ਕੋਈ ਕਹਿੰਦਾ ਹੋਵੇ, ਗੱਲ ਸਮਝਣ ਵਾਲੀ ਹੈ। 11ਵੀਂ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ? ਸ਼੍ਰੀ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੀ ਜੋਤ ਹਨ। ਇਦਾਂ ਨਹੀਂ ਕਿ 10 ਪਾਤਸ਼ਾਹੀਆਂ ਸਰੀਰ ਕਰਕੇ ਤੇ 11ਵੇਂ ਸ਼ਬਦ ਗੁਰੂ, ਬਿਲਕੁਲ ਨਹੀਂ। 10 ਪਾਤਸ਼ਾਹੀਆਂ ਨੇ ਸਰੀਰ ਰੂਪੀ ਜਾਮੇ ਧਾਰੇ ਨੇ, ਪਰ 10 ਪਾਤਸ਼ਾਹੀਆਂ ਦੀ ਜੋਤ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ। ਇਸ ਲਈ 11ਵੇਂ ਨਹੀਂ ਬਲਕਿ 10 ਪਾਤਸ਼ਾਹੀਆਂ ਦੀ ਜੋਤ ਨੇ ਗੁਰੂ ਗ੍ਰੰਥ ਸਾਹਿਬ। ਇੱਕ ਹੋਰ ਬੇਨਤੀ ਜ਼ਰੂਰੀ ਕਿ ਕਦੇ ਭੁੱਲ ਕੇ ਵੀ ਇਹ ਨਹੀਂ ਸਮਝ ਲੈਣਾ, ਕਿਉਂਕਿ ਆਮ ਬੋਲ ਚਾਲ ਵਿੱਚ ਆਪਾਂ ਕਹਿੰਦੇ ਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ 10 ਪਾਤਸ਼ਾਹੀਆਂ, ਤੇ ਹੁਣ 10ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ। ਆਪਾਂ ਇਹ ਚੰਗੀ ਤਰ੍ਹਾਂ ਸਾਰੇ ਸੁਣਦੇ ਆਂ, ਪੜ੍ਹਦੇ ਆਂ, ਬੋਲਦੇ ਆਂ, ਪਰ ਇੱਕ ਨੁਕਤੇ ਵਾਲੀ ਗੱਲ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ੀ। ਧਿਆਨ ਦਿਓ, ਸਤਿਗੁਰੂ ਕਲਗੀਧਰ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਇਹ ਸ਼ਬਦ ਧਿਆਨ ਦੇਣ ਵਾਲਾ ਹੈ, ਤਾਬਿਆ 5 ਪਿਆਰਿਆਂ ਨੂੰ ਗੁਰਤਾ ਗੱਦੀ ਬਖਸ਼ੀ ਹੈ। ਜਦੋਂ ਇਸ ਨੁਕਤੇ ਦੀ ਸਮਝ ਆ ਜਾਵੇਗੀ ਨਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਨੂੰ ਗੁਰਤਾ ਗੱਦੀ ਬਖਸ਼ੀ ਹੈ, ਤਾਂ ਇਹ ਸਾਡਾ ਕਨਸੈਪਟ ਹੈ, ਇਹ ਸਾਡਾ ਸਿਧਾਂਤ ਹੈ ਕਿ ਜੋਤ ਗ੍ਰੰਥ ਤੇ ਸਰੀਰ ਪੰਥ, ਆਤਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਰੀਰ ਗੁਰੂ ਕਾ ਖਾਲਸਾ ਪੰਥ। ਇਸੇ ਕਰਕੇ ਜਦੋਂ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੈ ਨਾ ਗੁਰੂ ਕੇ ਪਿਆਰਿਓ, ਕਈਆਂ ਲੋਕਾਂ ਨੂੰ ਇਹ ਭੁਲੇਖਾ ਹੈ, ਸਾਡੇ ਵਿੱਚੋਂ ਅਸੀਂ ਸਮਝਦੇ ਹਾਂ ਕਿ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਕਰਦੇ ਆ ਉਦੋਂ ਭੋਗ ਲੱਗਦਾ। ਨਹੀਂ ਪਿਆਰਿਓ, ਮੇਰੇ ਸਤਿਗੁਰੂ ਜੀ ਜਦੋਂ ਸਰੀਰ ਕਰਕੇ ਮੌਜੂਦ ਨੇ, ਕਲਗੀਧਰ ਜੀ, ਕੜਾ ਪ੍ਰਸ਼ਾਦ ਤਾਂ ਉਦੋਂ ਵੀ ਕਿਰਪਾਨ ਭੇਟ ਹੁੰਦਾ, ਪਰ ਫਿਰ ਪ੍ਰਸ਼ਾਦ ਸਤਿਗੁਰੂ ਮਹਾਰਾਜ ਜੀ ਛਕਦੇ ਤੇ ਸੰਗਤ ਵਿੱਚ ਵਰਤਾਇਆ ਜਾਂਦਾ। ਅੱਜ ਉਹ ਮਰਜ਼ਾਦਾ ਕੀ ਹੈ? ਸਤਿਗੁਰੂ ਜੀ ਪ੍ਰਸ਼ਾਦ ਕਦੋਂ ਛਕਦੇ ਨੇ? ਜਦੋਂ ਕਿਰਪਾਨ ਭੇਟ ਹੁੰਦਾ ਉਦੋਂ ਛਕਦੇ ਨੇ? ਨਹੀਂ ਜੀ, ਮੇਰੇ ਸਤਿਗੁਰੂ ਪ੍ਰਸ਼ਾਦ ਉਦੋਂ ਛਕਦੇ ਨੇ ਜਦੋਂ ਉਹ ਪ੍ਰਸ਼ਾਦ 5 ਪਿਆਰਿਆਂ ਦਾ ਗੱਫਾ ਪਹਿਲਾਂ ਕੱਢ ਕੇ ਵਰਤਾਇਆ ਜਾਂਦਾ ਹੈ। ਸਾਨੂੰ ਇਹ ਗੱਲ ਸਮਝ ਆ ਜਾਏ, ਸਾਡੀਆਂ ਬਹੁਤ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕਿਰਪਾਨ ਭੇਟ ਦਾ ਮਕਸਦ ਹੈ ਕਿ ਦੇਗ ਪ੍ਰਵਾਨ ਹੋ ਗਈ ਹੈ, ਇਹ ਵਰਤਣ ਦੇ ਯੋਗ ਹੋ ਗਈ ਹੈ, ਪਰ ਸਭ ਤੋਂ ਪਹਿਲਾਂ ਸਤਿਗੁਰੂ ਜੀ ਛਕਣਗੇ। ਤੇ ਛਕਣਗੇ ਕਿਵੇਂ? 5 ਪਿਆਰਿਆਂ ਦੇ ਰੂਪ ਦੇ ਵਿੱਚ। ਕਈ ਮੇਰੇ ਵਰਗੇ ਭੁਲੇਖਾ ਖਾ ਜਾਂਦੇ ਨੇ ਜੀ, ਜਿਹੜਾ ਇੱਕ ਬਾਟੇ ਵਿੱਚ ਪਾ ਕੇ ਪ੍ਰਸ਼ਾਦ 5 ਪਿਆਰਿਆਂ ਨੂੰ ਵਰਤਾਉਣ ਤੋਂ ਬਾਅਦ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਆਪਾਂ ਰੱਖਦੇ ਹਾਂ ਕਿ ਉਹ ਮਹਾਰਾਜ ਵਾਸਤੇ ਸਤਿਗੁਰਾਂ ਲਈ ਹੈ। ਨਹੀਂ ਭਾਈ, ਇਹ ਇਸ ਲਈ ਹੈ ਕਿ ਜਦੋਂ ਕੜਾ ਪ੍ਰਸ਼ਾਦ ਵਰਤਦਾ ਤੇ ਸਾਰਾ ਪ੍ਰਸ਼ਾਦ ਹੀ ਸੰਗਤਾਂ ਦੇ ਵਿੱਚ ਖੁੱਲਾ ਵਰਤ ਜਾਂਦਾ, ਤੇ ਕਈ ਵਾਰਾਂ ਜਿਹੜਾ ਤਾਬਿਆ ਬੈਠਾ ਸਿੰਘ ਹੈ ਉਹ ਕਿਤੇ ਰਹਿ ਨਾ ਜਾਂਦਾ ਹੋਵੇ, ਉਹ ਤਾਬਿਆ ਸੱਜਣ ਵਾਲੇ ਸਿੰਘ ਵਾਸਤੇ ਪ੍ਰਸ਼ਾਦ ਹੈ। ਇਹ ਮੈਂ ਬੇਨਤੀਆਂ, ਕਈਆਂ ਨੂੰ ਲੱਗਦਾ ਹੋਏਗਾ ਵੀ ਇਹ ਤੇ ਗੱਲਾਂ ਸਾਨੂੰ ਪਤਾ ਨੇ, ਪਰ ਮੈਂ ਬੇਨਤੀ ਕਰਾਂ, ਬਹੁਤ ਵੱਡੀਆਂ ਵੱਡੀਆਂ ਫਿਲਾਸਫੀ ਦੀਆਂ ਗੱਲਾਂ ਆਪਾਂ ਕਰੀ ਜਾਂਦੇ ਆ, ਵੱਡੀਆਂ ਵੱਡੀਆਂ ਸਿਧਾਂਤਕ ਗੱਲਾਂ ਕਰੀ ਜਾਂਦੇ ਆ, ਤੇ ਮਨ ਉਦੋਂ ਦੁਖੀ ਹੁੰਦਾ ਜਦੋਂ ਨਿੱਕੀਆਂ ਨਿੱਕੀਆਂ ਬਾਰੀਕ ਜੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ। ਸਾਡੇ ਨੌਜਵਾਨ ਮੱਥਾ ਟੇਕਣ ਦਾ ਨਹੀਂ ਸਾਨੂੰ ਪਤਾ ਵੀ ਮੱਥਾ ਕਿਵੇਂ ਟੇਕਣਾ ਹੈ। ਗੁਰਮਤਿ ਦੇ ਵਿੱਚ ਜੋ ਮੱਥਾ ਟੇਕਣ ਦੀ ਮਰਜ਼ਾਦਾ ਹੈ, ਅਸ਼ਟਾਂਗ ਦੀ 8 ਅੰਗ ਸਰੀਰ ਦੇ ਧਰਤੀ ਨਾਲ ਲੱਗਣ,
ਦੋਵੇਂ ਹੱਥ, ਦੋਵੇਂ ਪੈਰ, ਦੋਵੇਂ ਗੋਡੇ, ਨੱਕ ਤੇ ਮੱਥਾ। ਹੁਣ ਮੱਥੇ ਦਾ ਮਤਲਬ ਜ਼ਰੂਰੀ ਨਹੀਂ ਹੈ ਵੀ ਮੱਥਾ ਹੀ ਲੱਗਣਾ ਹੈ, ਦਸਤਾਰ ਲੱਗ ਗਈ ਤਾਂ ਮੱਥਾ ਵੀ ਲੱਗ ਗਿਆ। ਇਹ 8 ਅੰਗ ਨੇ ਧਰਤੀ ਤੇ ਲੱਗਣੇ ਚਾਹੀਦੇ, ਤਾਂ ਜਾ ਕੇ ਮੱਥਾ ਠੀਕ ਮਰਿਆਦਾ ਅਨੁਸਾਰ ਟੇਕਿਆ ਜਾਂਦਾ ਹੈ। ਅਰਦਾਸ ਵਿੱਚ ਖਲੋਣਾ, ਮੱਥਾ ਟੇਕਣਾ, ਸੰਗਤ ਵਿੱਚ ਬਹਿਣਾ, ਇਹ ਗੱਲਾਂ ਵੀ ਅਸੀਂ ਸਿੱਖਣੀਆਂ, ਕਿਉਂਕਿ ਗੁਰੂ ਕੀ ਸੰਗਤ ਜਿਹੜੀ ਹੈ ਨਾ, ਇਹਦੇ ਵਿੱਚ ਪਹਿਲੀ ਜਮਾਤ ਵਾਲਾ ਵੀ ਬੈਠਾ ਹੈ, ਇਹਦੇ ਵਿੱਚ PhD ਵਾਲਾ ਵੀ ਬੈਠਾ ਹੈ। ਸਾਰਾ ਸਿਲੇਬਸ ਪਹਿਲੀ ਵਾਲਾ ਵੀ ਨਹੀਂ ਹੋਣਾ ਚਾਹੀਦਾ, ਪਰ ਸਾਰਾ ਸਿਲੇਬਸ ਕਿਤੇ PhD ਵਾਲਾ ਵੀ ਨਹੀਂ ਹੋਣਾ ਚਾਹੀਦਾ ਵੀ ਪਹਿਲੀ ਵਾਲੇ ਨੂੰ ਸਮਝ ਹੀ ਕੁਝ ਨਾ ਲੱਗੇ। ਇਸ ਲਈ ਗੁਰੂ ਕੀ ਬਾਣੀ ਦੀ ਕਥਾ ਦਾ ਸਿਲੇਬਸ ਐਸਾ ਹੋਵੇ ਜਿਹਦੇ ਵਿੱਚੋਂ ਹਰ ਕਿਸੇ ਦੀ ਝੋਲੀ ਵਿੱਚ ਇੱਕ ਅੱਧਾ ਕਿਣਕਾ ਜ਼ਰੂਰ ਪੈ ਜਾਏ। ਸੋ ਆਓ, ਇਹ ਬੇਨਤੀਆਂ ਆਰੰਭ ਵਿੱਚ ਕੀਤੀਆਂ ਨੇ। ਮਨ ਨੂੰ ਖੁਸ਼ੀ ਵੀ ਹੋਈ ਕਿ ਆਪਾਂ ਇਹਨਾਂ ਗੱਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਈ ਸਾਂਭੀ ਬੈਠੇ ਹਾਂ। ਆਓ ਅੱਜ ਦੇ ਦਿਹਾੜੇ ਦਾ ਧਿਆਨ ਧਰੀਏ, ਜਿੱਤੇ ਆਪਾਂ ਅੱਜ ਦੇ ਦਿਹਾੜੇ ਦਾ ਇਤਿਹਾਸਕ ਪੱਖ ਵੀ ਲੈਨੇ ਆ, ਅਧਿਆਤਮਕ ਪੱਖ ਵੀ ਲੈਣਾ ਚਾਹੀਦਾ ਹੈ, ਸਿਧਾਂਤਕ ਪੱਖ ਤੋਂ ਵੀ ਦਰਸ਼ਨ ਕਰਨੇ ਚਾਹੀਦੇ ਨੇ, ਤੇ ਮੌਜੂਦਾ ਅੱਜ ਦੇ ਦੌਰ ਵਿੱਚ ਇਸ ਦਿਹਾੜੇ ਦੀ ਮਹਾਨਤਾ ਕੀ ਹੈ, ਇਹ ਵੀ ਆਪਾਂ ਨੂੰ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ। ਸਾਰੀ ਗੁਰੂ ਕੀ ਸੰਗਤ ਬੜੀ ਇਕਾਗਰਤਾ ਆਪਨੇ ਬਣਾਈ ਹੈ, ਬੜਾ ਟਿਕਾਓ ਬਣਿਆ, ਬੜੀ ਖੁਸ਼ੀ ਹੈ। ਆਓ ਖਾਲਸਾਈ ਰਵਾਇਤਾਂ ਅਨੁਸਾਰ ਗੁਰੂ ਕੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਇਹ ਓਟ ਆਸਰਾ ਲੈ ਕੇ ਅੱਜ ਦੇ ਦਿਹਾੜੇ ਦੀ ਵਿਚਾਰ ਆਰੰਭ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਮਾਈ ਭਾਈ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਕਿਉਂਕਿ ਖਾਲਸੇ ਦਾ ਸਾਜਨਾ ਦਿਵਸ ਹੈ, ਆਰੰਭ ਵਿੱਚ ਆਪਾਂ ਇਹ ਬਾਤ ਕਰ ਲਈ ਹੈ ਕਿ ਅੱਜ ਖਾਲਸੇ ਦਾ ਸੰਪੂਰਨਤਾ ਦਿਵਸ ਹੈ। ਸਾਜਨ ਦਾ ਮਤਲਬ ਹੈ ਸੰਪੂਰਨਤਾ। ਸ਼ੁਰੂਆਤ ਕਦੋਂ ਹੋਈ? ਫਿਰ ਸ਼ੁਰੂਆਤ ਦਾ ਪਿਆਰਿਓ ਉਦਣ ਹੀ ਹੋ ਗਈ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਸ਼ੁਰੂਆਤ ਉਦਣ ਹੀ ਹੋ ਗਈ ਹੈ। ਦਾਸ ਨੇ ਕਈ ਵਾਰ ਇੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਦੋਂ 550 ਸਾਲੇ ਤੇ ਲਾਈਵ ਚੱਲਦਾ ਸੀ, ਉਦੋਂ ਵੀ ਦਾਸ ਨੇ ਬੇਨਤੀ ਇਹ ਕੀਤੀ ਸੀ, ਇਹ ਗੁਰਮਤ ਦਾ ਜਿਹੜਾ ਸਫ਼ਰ ਹੈ ਨਾ, ਇਹ ਰਬਾਬ ਤੋਂ ਨਗਾਰੇ ਦਾ ਸਫ਼ਰ ਹੈ। ਇਹ ਭਾਈ ਮਰਦਾਨੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਹੈ। ਇਹ ਵੇਈ ਨਦੀ ਤੋਂ ਸ਼ੁਰੂ ਹੋ ਕੇ ਸਤਲੁਜ ਦੇ ਕਿਨਾਰੇ ਦਾ ਸਫ਼ਰ ਹੈ। ਸੁਲਤਾਨਪੁਰ ਲੋਧੀ ਤੋਂ ਮੇਰੇ ਸਤਿਗੁਰਾਂ ਨੇ ਚੜਿਆ ਸੋਧਣ ਧਰਤ ਲੁਕਾਈ ਦਾ ਸਫ਼ਰ ਆਰੰਭ ਕੀਤਾ। ਕੇਸਗੜ੍ਹ ਸਾਹਿਬ ਪਹੁੰਚ ਕੇ ਇਹ ਸਫ਼ਰ ਪੂਰਾ ਹੋ ਗਿਆ। ਇਸਲਾਮ ਦਾ ਬੜਾ ਵੱਡਾ ਸ਼ਾਇਰ ਅਲਾਮਾ ਇਕਬਾਲ ਕਹਿੰਦਾ ਹੈ, मैं तुम्हें बताता हूँ तकदीर उम्मम क्या है, तौसीफ़ो सन्ना अव्वल तौसो रबाब आखिर। इते आके इकबाल गलती खा गया, चुक गया, ठोकर खा गया। इकबाल तू सियाणा बहुत है, समझदार बहुत है, पर यह शेर लिखण तो पहला ਜੇ ਤੂੰ ਕਿਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵੱਲ ਝਾਤੀ ਮਾਰ ਲੈਨੋ ਤੇ ਤੂੰ ਇਹ ਸ਼ੇਰ ਲਿਖਣਾ ਹੀ ਨਹੀਂ ਸੀ। ਕਿਉਂ? ਇਕਬਾਲ ਕਹਿੰਦਾ ਹੈ, ਬਰਸ਼ਿਆਂ ਤਲਵਾਰਾਂ ਤੇ ਸਰੀਰ ਤੇ ਪਹਿਨੇ ਲੋਹੇ ਦੇ ਕਵਚ, ਜਦੋਂ ਇਹਨਾਂ ਚੀਜ਼ਾਂ ਤੇ ਕੌਮ ਖਲੋਂਦੀ ਹੈ ਤੇ ਕੌਮ ਅੱਗੇ ਤੁਰਦੀ ਹੈ, ਤੇ ਜਦੋਂ ਰਬਾਬ ਦੀਆਂ ਤਾਰਾਂ ਤੇ ਆ ਜਾਵੇ ਤੇ ਕੌਮ ਡਿੱਗ ਪੈਂਦੀ ਹੈ। ਇਕਬਾਲ ਤੂੰ ਗਲਤੀ ਖਾ ਗਿਓ, ਆ ਮਾਰ ਝਾਤੀ ਮੇਰੇ ਸਤਿਗੁਰਾਂ ਦੇ ਘਰ ਵੱਲ। ਰਬਾਬ ਦੀਆਂ ਤਾਰਾਂ ਤੋਂ ਸ਼ੁਰੂਆਤ ਹੋਈ ਹੈ ਤੇ ਨੇਜਿਆਂ ਤੇ ਤਲਵਾਰਾਂ ਤੇ ਜਾ ਕੇ ਸੰਪੂਰਨਤਾ ਹੋਈ ਹੈ। ਗੁਰੂ ਨਾਨਕ ਦੇ ਘਰ ਬਾਰੇ ਬਾਹਰ ਤਾਂ ਕੀ ਕਹਿਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਆ, ਹੋ ਰਹੋ ਗੰਗ ਵਹਾਇਓਨ ਦੁਨਿਆਈ ਆਖੇ ਜੇ ਕਿਉਨ। ਸਤਿਗੁਰੂ ਤੁਸਾਂ ਉਲਟੀ ਗੰਗਾ ਵਹਾ ਦਿੱਤੀ।
ਲੋਕ ਕਹਿੰਦੇ ਨੇ ਕੌਮਾਂ ਤਲਵਾਰਾਂ ਨੇਜਿਆਂ ਤੋਂ ਚੱਲ ਕੇ ਰਬਾਬ ਦੀ ਤਾਰ ਤੇ ਜਾ ਕੇ ਮੁੱਕਦੀਆਂ ਨੇ। ਮੇਰੇ ਸਤਿਗੁਰੂ ਤੁਸਾਂ ਰਬਾਬ ਦੀ ਤਾਰ ਛੇੜੀ, ਇਸ ਕੌਮ ਦੀ ਨੀਂਹ ਰੱਖੀ। ਮੇਰੇ ਪਾਤਸ਼ਾਹ ਤੁਸਾਂ ਸਾਨੂੰ ਸੰਨਾ, ਸਾਨੂੰ ਵਰਸ਼ੇ ਤੇ ਤਲਵਾਰਾਂ, ਸਾਨੂੰ ਕਕਾਰ ਦੇ ਕੇ ਇਸ ਕੌਮ ਦੀ ਸੰਪੂਰਨਤਾ ਕੀਤੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ। ਆਪਾਂ ਇਹ ਇਤਿਹਾਸ ਵਿੱਚ ਸੁਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ, ਠੀਕਰ ਭੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਅੱਜ ਵੱਡੇ ਵੱਡੇ ਸਕਾਲਰ ਜਿਹੜੇ ਸਰਚ ਕਰਦੇ ਨੇ ਮਨੁੱਖੀ ਅਧਿਕਾਰਾਂ ਦੇ ਸੰਬੰਧ ਦੇ ਵਿੱਚ, ਇਤਿਹਾਸ ਦੀ, ਔਰ ਅੱਡ-ਅੱਡ ਕੌਮਾਂ, ਅੱਡ-ਅੱਡ ਫਿਰਕਿਆਂ, ਅੱਡ-ਅੱਡ ਸੱਭਿਆਚਾਰਾਂ ਦੀਆਂ ਵਿਚਾਰਧਾਰਾ ਸਿਧਾਂਤਾਂ ਦੇ ਵਿੱਚੋਂ ਉਹ ਲੱਭਦੇ ਨੇ ਕਿ ਮਨੁੱਖੀ ਅਧਿਕਾਰ ਨੂੰ ਵੱਧ ਤੋਂ ਵੱਧ ਪਿਛੋਕੜ ਵਿੱਚ ਜਾ ਕੇ ਸਮਝੀਏ, ਤੇ ਆਖਰ ਇੱਥੇ ਆ ਕੇ ਖਲੋਂਦੇ ਨੇ ਤੇ ਕਹਿੰਦੇ ਨੇ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ, ਸਭ ਤੋਂ ਮਹਾਨ ਜੇ ਕੋਈ ਸ਼ਹਾਦਤ ਮਨੁੱਖੀ ਅਧਿਕਾਰਾਂ, ਪਿਓਰ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਹੈ, ਤੇ ਉਹ ਇੱਕੋ ਇੱਕ ਸ਼ਹਾਦਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹੈ। ਕਿਉਂਕਿ ਇਹ ਸ਼ਹਾਦਤ ਆਪਣੇ ਆਪ ਲਈ ਬਿਲਕੁਲ ਨਹੀਂ, ਆਪਣੇ ਅਕੀਦੇ ਲਈ ਬਿਲਕੁਲ ਨਹੀਂ, ਇਹ ਉਸ ਅਕੀਦੇ ਲਈ ਹੈ ਜਿਹਨੂੰ ਮੁੱਢ ਤੋਂ ਨਕਾਰ ਦਿੱਤਾ ਹੈ। ਅੱਜ ਦੁਨੀਆ ਵੱਲ ਝਾਤੀ ਮਾਰੋ, ਲੋਕ ਆਪਣੇ ਵਿਰੋਧੀ ਵਿਚਾਰਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ। ਇੱਥੋਂ ਤੱਕ ਕਿ ਵਿਰੋਧੀ ਵਿਚਾਰ ਜਿਉਂਦਾ ਰਹਿ ਜਾਵੇ ਇਹਦੇ ਲਈ ਵੀ ਲੋਕ ਤਿਆਰ ਨਹੀਂ। ਹਰ ਕੋਈ ਕਹਿੰਦਾ ਹੈ ਜਿਹੜਾ ਮੇਰੇ ਨਾਲ ਸਹਿਮਤ ਹੈ ਉਹਨੂੰ ਜਿਉਣ ਦਾ ਹੱਕ ਹੈ, ਜਿਹੜਾ ਮੇਰੇ ਨਾਲ ਸਹਿਮਤ ਨਹੀਂ ਕਹਿੰਦੇ ਨੇ ਦੇਸ਼ ਛੱਡ ਜਾਓ, ਮੁਲਕ ਛੱਡ ਜਾਓ, ਇਹ ਦੁਨੀਆ ਛੱਡ ਜਾਓ, ਤੁਹਾਨੂੰ ਜੀਣ ਦਾ ਅਧਿਕਾਰ ਨਹੀਂ। ਮੇਰੇ ਪਾਤਸ਼ਾਹ ਜੀ ਨੇ ਜਿਹੜੇ ਵਿਚਾਰਾਂ ਨੂੰ, ਜਿਹੜੀ ਫਿਲਾਸਫੀ ਨੂੰ, ਜਿਹੜੀ ਜੀਵਨ ਜੁਗਤ ਨੂੰ ਮੁੱਢੋਂ ਨਕਾਰ ਦਿੱਤਾ, ਜਿੱਦਣ ਉਹਦੇ ਤੇ ਸੰਕਟ ਆਇਆ ਮੇਰੇ ਹਜ਼ੂਰ ਨੇ ਉਹਦੀ ਰਖਵਾਲੀ ਲਈ ਵੀ ਆਪਣਾ ਆਪਾ ਕੁਰਬਾਨ ਕਰ ਦਿੱਤਾ। ਕਵੀ ਨੇ 2 ਸਤਰਾਂ ਲਿਖੀਆਂ ਤੇ ਆਖਿਆ 9 ਸਾਲ ਦਾ ਨਾਨਕ ਕਹਿੰਦਾ ਜਬਰੀ ਜੰਨੂ ਪੈਣ ਨਹੀਂ ਦੇਣਾ, 9 ਸਾਲ ਦਾ ਗੋਬਿੰਦ ਕਹਿੰਦਾ ਜਬਰੀ ਜੰਨੂ ਲੈਣ ਨਹੀਂ ਦੇਣਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਪਾਈ। ਹੁਣ ਸਤਿਗੁਰਾਂ ਦਾ ਸੀਸ, ਧੰਨ ਧੰਨ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਸਾਹਿਬ ਜੀ ਉਹ ਲੈ ਕੇ ਆਏ। ਜ਼ਿਕਰ ਮਿਲਦਾ ਹੈ ਗੁਰਪ੍ਰਤਾਪ ਸੂਰਜ ਦੇ ਵਿੱਚ, ਕਲਗੀਧਰ ਜੀ ਨੇ ਪੁੱਛਿਆ ਭਾਈ ਜੈਤਿਆ, ਜਿਹੜੇ ਹਿੰਦੂਆਂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪਾਈ, ਕੀ ਉਹਨਾਂ ਹਿੰਦੂਆਂ ਦੇ ਵਿੱਚੋਂ ਕੋਈ ਇੱਕ ਵੀ ਅੱਗੇ ਨਾ ਆਇਆ? ਕਿਸੇ ਇੱਕ ਨੇ ਵੀ ਇਹ ਨਾ ਕਿਹਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਕੁਰਬਾਨ ਹੋ ਜਾਵਾਂ, ਸਤਿਗੁਰਾਂ ਤੋਂ ਪਹਿਲਾਂ ਮੈਂ ਸ਼ਹੀਦੀ ਪਾ ਜਾਵਾਂ? ਭਾਈ ਸਾਹਿਬ ਨੇ ਦੱਸਿਆ, ਮਹਾਰਾਜ ਕੁਰਬਾਨ ਕਿੰਨੇ ਹੋਣਾ ਸੀ, ਸ਼ਹੀਦੀ ਕਿੰਨੇ ਅੱਗੇ ਹੋ ਕੇ ਪਾਉਣੀ ਸੀ? ਲੋਕ ਇੰਨੇ ਡਰਪੋਕ ਤੇ ਇੰਨੇ ਬੁਝਦਿਲ ਨੇ, ਦਰਵਾਜ਼ੇ ਬੰਦ ਕਰ ਲੈ। ਸਿਪਾਹੀਆਂ ਨੇ ਜਾ ਕੇ ਆਵਾਜ਼ ਦੇ ਕੇ ਕਿਹਾ, ਕੌਣ ਤੁਹਾਡੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਹਮੈਤੀ, ਜਿਨ੍ਹਾਂ ਦੇ ਤਿਲਕ ਤੇ ਜਿਨ੍ਹਾਂ ਦੇ ਜੰਨੂ ਗੁਰੂ ਬਚਾਉਣ ਗਏ? ਉਹਨਾਂ ਲੋਕਾਂ ਨੇ ਅੰਦਰੋਂ ਆਵਾਜ਼ ਦੇ ਕੇ ਕਿਹਾ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕੋਈ ਸਹਿਮਤੀ ਨਹੀਂ ਰੱਖਦੇ। ਜਦ ਕਿ ਤਿਲਕ ਉਹਨਾਂ ਦੇ ਮੱਥੇ ਤੇ ਹੈ, ਜੰਨੂ ਉਹਨਾਂ ਦੇ ਗਲ ਵਿੱਚ ਹੈ, ਪਰ ਡਰ ਇੰਨਾ, ਘਬਰਾਹਟ ਇੰਨੀ ਕਿ ਉਹਨਾਂ ਨੇ ਕਹਿ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ। ਫਿਰ ਮਹਾਰਾਜ ਨੇ ਅਗਲਾ ਸਵਾਲ ਕੀਤਾ, ਕੀ ਉਤੇ ਗੁਰੂ ਕੇ ਸਿੱਖ ਨਹੀਂ ਸਨ? ਆਖਿਆ, ਮਹਾਰਾਜ ਬਹੁਤੇ ਡਰ ਗਏ, ਘਬਰਾ ਗਏ। ਉੱਥੇ ਕਿਹੜਾ ਕਿਸੇ ਦੀ ਪਛਾਣ, ਇਹ ਗੁਰਪ੍ਰਤਾਪ ਸੂਰਜ ਦੀ ਕਥਾ ਹੈ, ਉੱਥੇ ਕਿਹੜਾ ਕਿਸੇ ਦੀ ਪਛਾਣ ਸੀ ਕਿ ਇਹ ਸਿੱਖ ਹੈ? ਵੱਖਰਾ ਤਾਂ ਕੋਈ ਦਿਖਾਈ ਨਹੀਂ ਦਿੰਦਾ। ਦਿੱਲੀ ਦੀ ਸੰਗਤ ਆਈ, ਉਹਨਾਂ ਦੇ ਨਾਲ ਵਾਰਤਾ ਹੋਈ, ਪਤਾ ਲੱਗਾ ਸਤਿਗੁਰਾਂ ਦੇ ਧੜ ਦਾ ਸੰਸਕਾਰ ਇਦਾਂ ਗੁਰੂ ਕੇ ਪਿਆਰਿਆਂ ਨੇ ਕੀਤਾ।
ਤਾਂ ਮਹਾਰਾਜ ਨੇ ਵੇਖਿਆ ਸੰਗਤਾਂ ਦੇ ਵਿੱਚ ਇੱਕ ਨਿਰਾਸ਼ਾ ਹੈ, ਸੰਗਤਾਂ ਦੇ ਵਿੱਚ ਇੱਕ ਥੋੜਾ ਜਿਹਾ ਨਾ, ਜਿਵੇਂ ਆਪਾਂ ਕਹਿੰਦੇ ਆ ਕਿ ਡਿੱਗਦਾਪਨ ਜਿਹਾ ਹੈ, ਮਨ ਕਰਕੇ ਮਨ ਡਿੱਗੇ ਪਏ ਨੇ। ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਮੇਰੇ ਹਜੂਰ ਉੱਠ ਕੇ ਖੜੇ ਹੋਏ। ਧੰਨ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀਆਂ ਗੱਲਾਂ ਸੁਣ ਕੇ ਗੱਜ ਕੇ ਬੋਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸ੍ਰੀ ਗੋਬਿੰਦ ਸਿੰਘ ਸੁਨ ਕਰ ਐਸੇ, ਗੱਜ ਕਰ ਬੋਲੇ ਜਲ ਧਰ ਜੈਸੇ, ਇਸ ਬਿਦ ਕੋ ਅਬ ਪੰਥ ਬਣਾਵੋ। ਖਾਲਸਾ ਸਜਾਉਣ ਦੀ ਗੱਲ ਹੈ। ਇਸ ਬਿਦ ਕੋ ਅਬ ਪੰਥ ਬਣਾਵੋ, ਸਗਲ ਜਗਤ ਮਾਹੇ ਬਿਦਤਾਵੋ, लाखों नर जग के एक थाए, तिन में रलै एक सिख जाए, सब ते प्रथिक पछान्यो परै, रले ना क्यों हूँ किन कर करे, कोई किन्ना यतन कर लवे, मेरे सिख दा आबा, ਉਹਦੇ ਤਨ ਦੀ ਆਬਾ, ਉਹਦੇ ਮਨ ਦੀ ਆਬਾ, ਉਹਦੀ ਰਸਨਾ ਦੇ ਬੋਲ, ਸੰਸਾਰ ਵਿੱਚ ਉਹਦਾ ਵਿਚਰਨਾ ਇਹੋ ਜਿਹਾ ਬਣਾਵਾਂਗੇ ਜਿਹੜਾ ਨਾ ਮਨ ਕਰਕੇ, ਨਾ ਤਨ ਕਰਕੇ, ਨਾ ਬੋਲਾਂ ਕਰਕੇ, ਨਾ ਕਰਮਾਂ ਕਰਕੇ ਕਿਸੇ ਵੀ ਤਰ੍ਹਾਂ ਭੀੜ ਦੇ ਵਿੱਚ ਲੁਕੇਗਾ ਨਹੀਂ, ਭੀੜਾਂ ਦੇ ਵਿੱਚ ਰਲੇਗਾ ਨਹੀਂ। ਇਸ ਗੱਲ ਨੂੰ ਕੇਵਲ ਸਰੀਰ ਨਾਲ ਨਾ ਜੋੜੀਏ ਕਿ ਪੱਗ ਬੰਨ ਲਈ ਹੈ, ਦਾੜਾ ਸਾਬਤ ਹੈ, ਗਾਤਰੇ ਕਿਰਪਾਨ ਹੈ ਤੇ ਦੂਰੋਂ ਪਤਾ ਲੱਗ ਗਿਆ ਜੀ ਇਹ ਸਿੱਖ ਹੈ। ਇਦਾਂ ਦਾ ਬਹਾਨਾ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪੱਗ ਤਾਂ ਕੋਈ ਗੈਰ ਸਿੱਖ ਵੀ ਬੰਨ ਲਏਗਾ, ਦਾੜੇ ਗੈਰ ਸਿੱਖਾਂ ਦੇ ਵੀ ਕਈਆਂ ਦੇ ਸਾਬਤ ਨੇ, ਮੁਸਲਮਾਨਾਂ ਦੇ, ਅੰਗਰੇਜ਼ਾਂ ਦੇ ਵੀ ਕਈਆਂ ਦੇ, ਹਿੰਦੂ ਵੀ ਬੜੇ ਸਾਧੂ ਨੇ, ਦਾੜੀ ਕੇਸ ਨਹੀਂ ਮਨਾਉਂਦੇ। ਇਸੇ ਤਰ੍ਹਾਂ ਗਾਤਰੇ ਕਿਰਪਾਨ ਕੋਈ ਵੀ ਪਾ ਲਵੇਗਾ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਰਲਣ ਦਾ ਮਤਲਬ ਇਹ ਹੈ ਕਿ ਜਦੋਂ ਸਾਹਮਣੇ 10 ਲੱਖ ਦਾ ਘੇਰਾ ਪਵੇਗਾ, ਆਪਾਂ ਜਾਣਦੇ ਹਾਂ 1971 ਦੀ ਜੰਗ ਹੋਈ, ਪਾਕਿਸਤਾਨ ਦੀ ਫੌਜ ਦਾ ਕਮਾਂਡਰ ਜਨਰਲ ਨਿਆਜ਼ੀ, ਉਹਦੇ ਕੋਲ 93,000 ਫੌਜ ਸੀ, ਪਰ ਉਹਨੇ ਭਾਰਤ ਦੀ ਫੌਜ ਦੇ ਕਮਾਂਡਰ ਜਨਰਲ ਜਗਜੀਤ ਸਿੰਘ ਜੀ ਅਰੋੜਾ, ਅੰਡਰ ਕਵਰ ਸਨ ਜਨਰਲ ਸੁਬੇਗ ਸਿੰਘ ਤੇ ਬਾਹਰੀ ਤੌਰ ਤੇ ਕਮਾਂਡ ਕਰ ਰਹੇ ਸਰਦਾਰ ਜਗਜੀਤ ਸਿੰਘ ਜੀ ਅਰੋੜਾ, ਉਹਨਾਂ ਦੇ ਸਾਹਮਣੇ ਸਰੈਂਡਰ ਕੀਤਾ 93,000 ਫੌਜ ਦੇ ਨਾਲ। ਧੰਨ ਗੁਰੂ ਕਲਗੀਧਰ ਜੀ ਕਹਿੰਦੇ ਲੋਕ 93,000 ਵਾਲੇ ਸਰੈਂਡਰ ਕਰ ਦੇਣਗੇ, ਪਰ ਮੇਰਾ ਖਾਲਸਾ 10 ਲੱਖ ਦੇ ਸਾਹਮਣੇ ਕੇਵਲ 40 ਹੋਣਗੇ। ਉਹ ਗੋਡੇ ਨਹੀਂ ਟੇਕਣਗੇ, ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨਗੇ। ਮੇਰਾ ਖਾਲਸਾ ਰਲੇਗਾ ਨਹੀਂ। ਜਿੱਥੇ ਹੜ ਆਉਂਦੇ ਨੇ ਲੋਕ ਉਹ ਤੋਂ ਭੱਜਣ ਲੱਗ ਪੈਂਦੇ ਨੇ, ਤੇ ਕਲਗੀਧਰ ਜੀ ਦਾ ਖਾਲਸਾ ਰਾਸ਼ਨ ਲੱਦ ਕੇ ਉਧਰ ਨੂੰ ਲੰਗਰ ਲਾਉਣ ਵਾਸਤੇ ਤੁਰ ਪੈਂਦਾ ਹੈ। ਮੇਰਾ ਖਾਲਸਾ ਕਿਸੇ ਨਾਲ ਰਲੇਗਾ ਨਹੀਂ। ਗੁਰੂ ਸਵਾਰਿਓ, ਮੇਰੇ ਪਾਤਸ਼ਾਹ ਜੀ ਨੇ ਫਿਰ ਐਲਾਨ ਕੀਤਾ, ਜਵਾਨੀਆਂ ਭੇਟ ਕਰੋ, ਸ਼ਸਤਰ ਭੇਟ ਕਰੋ, ਘੋੜੇ ਭੇਟ ਕਰੋ। ਮੇਰੇ ਹਜੂਰ ਨੇ ਉਹ ਕਰਾਮਾਤ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਭਾਵੇਂ ਕਿ ਵਿਦਵਾਨਾਂ ਨੇ, ਸੱਜਣਾ ਨੇ ਇਹ ਵੀ ਵਰਣਨ ਕੀਤਾ ਹੈ ਕਿ ਹੋਲਾ ਮਹੱਲਾ ਖਾਲਸਾ ਸਜਾਉਣ ਤੋਂ ਅਗਲੇ ਸਾਲ, ਭਾਵ ਕਿ ਸਨ 1700 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਮਨਾਇਆ। ਪਰ ਮੈਂ ਬੇਨਤੀ ਕਰਾਂ, ਪੁਰਾਤਨ ਇਤਿਹਾਸ ਤੇ ਗ੍ਰੰਥਾਂ ਨੂੰ ਖੰਗਾਲੀਏ, ਪਤਾ ਲੱਗੇਗਾ ਹੋਲੇ ਮਹੱਲੇ ਦੀ ਅਸਲ ਸ਼ੁਰੂਆਤ ਉਹ ਕਲਗੀਧਰ ਪਾਤਸ਼ਾਹ ਜੀ ਪੌਂਟਾ ਸਾਹਿਬ ਤੋਂ ਹੀ ਕਰ ਚੁੱਕੇ ਨੇ, ਭੰਗਾਣੀ ਦੀ ਜੰਗ ਤੋਂ ਵੀ ਪਹਿਲਾਂ। ਇਹ ਜਿਹੜੇ ਪੁਰਾਤਨ ਗ੍ਰੰਥ ਸ੍ਰੀ ਗੁਰਸੋਭਾ ਜਾਂ ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਜਾਂ ਗੁਰਬਿਲਾਸ, ਉਹਨਾਂ ਦੇ ਵਿੱਚੋਂ ਇਸ਼ਾਰੇ ਮਿਲ ਜਾਣਗੇ। ਹੋਲਾ ਮਹੱਲਾ ਪੌਂਟਾ ਸਾਹਿਬ ਤੋਂ ਹੀ ਆਰੰਭ ਹੋ ਚੁੱਕਾ ਹੈ। ਹੋਲੇ ਮਹੱਲੇ ਦੇ ਨਾਲ ਖਾਲਸੇ ਦਾ ਸਿਰਜਣਾ ਬਹੁਤ ਨਜ਼ਦੀਕੀ ਜੁੜਿਆ ਹੋਇਆ। ਮੇਰੇ ਹਜੂਰ ਨੇ ਹੋਲਾ ਮਨਾਉਣਾ ਆਰੰਭ ਕੀਤਾ, ਤੇ ਜਦੋਂ ਦੁਨੀਆ ਵੱਲ ਵੇਖਿਆ, ਇਹ ਹੋਲੀ ਮਨਾਉਂਦੇ ਨੇ, ਹੋਲੀ ਕਿਉਂ ਮਨਾਉਂਦੇ ਹੋ? ਆਖਣ ਲੱਗੇ ਜੀ ਇਹ ਯਾਦ ਹੈ ਨੇਕੀ ਦੀ ਬਦੀ ਤੇ ਜਿੱਤ, ਮਜਲੂਮ ਦੀ ਜ਼ਾਲਮ ਤੇ ਜਿੱਤ ਦਾ। ਮਜਲੂਮ ਕੌਣ ਹੈ? ਭਗਤ ਪ੍ਰਹਿਲਾਦ। ਜ਼ਾਲਮ ਕੌਣ ਹੈ? ਹਰਨਾਕਸ਼। ਮੈਂ ਸਾਖੀ ਵੱਲ ਨਹੀਂ ਜਾਣਾ, ਪਰ ਹਾਂ ਇੰਨੀ ਬੇਨਤੀ ਕਰਦਾ ਜਾਵਾਂ, ਬੜੇ ਆਪ ਗੁਰਮੁਖ ਸਹਿਜ ਪਾਠ ਕਰਨ ਵਾਲੇ ਮਾਈ ਭਾਈ ਜੁੜੇ ਹੋ ਨਾ, ਥੋੜਾ ਜਿਹਾ ਗੁਰਬਾਣੀ ਦਾ ਸਹਿਜ ਪਾਠ ਕਰਦਿਆਂ ਧਿਆਨ ਦਿਓਗੇ ਤਾਂ ਪਤਾ ਲੱਗੇਗਾ
ਕਿ ਗੁਰਬਾਣੀ ਦੇ ਵਿੱਚ ਬਹੁਤ ਬਹੁਤ ਪੌਰਾਣਿਕ ਸਾਖੀਆਂ ਮਹਾਰਾਜ ਨੇ ਦਰਜ ਕੀਤੀਆਂ ਨੇ, ਬਹੁਤ ਨੇ, ਪਰ ਉਹਨਾਂ ਦੇ ਵਿੱਚੋਂ ਸਭ ਤੋਂ ਵਧੇਰੇ ਜੇ ਕਿਸੇ ਦਾ ਜ਼ਿਕਰ ਆਇਆ ਹੈ ਤਾਂ ਉਹ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਪ੍ਰਹਿਲਾਦ ਜੀ ਦਾ ਨਾਮ 50 ਵਾਰੀ ਆਇਆ ਖਾਲਸਾ ਜੀ, ਪੂਰੇ 50 ਵਾਰੀ। ਕੰਪਿਊਟਰ ਦਾ ਯੁੱਗ ਹੈ ਅੱਜ ਕੱਲ੍ਹ, ਤਾਂ ਇਹ ਕੋਈ ਔਖਾ ਨਹੀਂ। ਤੇ ਜੇ ਪੜ੍ਹਨਾ ਹੋਵੇ ਵੀ ਭਗਤ ਪ੍ਰਹਿਲਾਦ ਦੀ ਸਾਖੀ ਪੂਰੀ ਪੂਰੀ, ਤਾਂ ਸਾਧ ਸੰਗਤ ਜੀ 5 ਵਾਰਾਂ ਤਾਂ ਪੂਰੀ ਪੂਰੀ ਸਾਖੀ ਆਈ ਹੈ। ਇੱਕ ਵਾਰਾ ਕਬੀਰ ਸਾਹਿਬ ਜੀ, ਇੱਕ ਵਾਰਾ ਨਾਮਦੇਵ ਜੀ, ਤੇ 3 ਵਾਰਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦੀ ਸਾਖੀ ਦਾ ਵਰਣਨ ਕੀਤਾ। ਇਹਦਾ ਮਤਲਬ ਇਹ ਸਾਖੀ ਗੁਰਮਤਿ ਦੇ ਨਾਲ ਬਹੁਤ ਡੂੰਘੀ ਜੁੜੀ ਹੋਈ ਹੈ। ਇਹਦਾ ਸੰਬੰਧ ਸਿੱਖੀ ਦੇ ਨਾਲ ਬਹੁਤ ਗਹਿਰਾ ਹੈ ਤੇ ਇਹਦਾ ਸੰਬੰਧ ਖਾਲਸਾ ਸਜਾਉਣ ਦੇ ਨਾਲ ਵੀ ਬੜਾ ਡੂੰਘਾ ਹੈ। ਉਹ ਕਿਵੇਂ? ਮੇਰੇ ਸਤਿਗੁਰਾਂ ਨੇ ਭਗਤ ਪ੍ਰਹਿਲਾਦ ਤੇ ਹਰਨਾਕਸ਼ ਨੂੰ ਅੱਜ ਦੇ ਸੰਦਰਭ ਦੇ ਵਿੱਚ ਵੀ ਰੱਖਿਆ ਹੈ। ਹਰਨਾਕਸ਼ ਕੌਣ ਹੈ? ਉਹ ਸ਼ਕਤੀਸ਼ਾਲੀ ਆਦਮੀ ਜਿਹਦੇ ਕੋਲ ਕੋਈ ਅਹੁਦਾ ਹੈ, ਜਿਹਦੇ ਕੋਲ ਮਾਇਆ ਹੈ, ਜਿਹਦਾ ਹੁਕਮ ਚੱਲਦਾ ਹੈ। ਉਹ ਮਾਇਆ ਦੇ ਅਸਰ ਵਿੱਚ ਇੰਨਾ ਕੁ ਅੰਨਾ ਤੇ ਬੋਲਾ ਹੋ ਜਾਂਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਉਹ ਧਾਰਮਿਕ ਪਦਵੀ ਦਾ ਸੁਆਮੀ ਹੋਵੇ, ਰਾਜਨੀਤਿਕ ਸ਼ਕਤੀ ਦਾ ਮਾਲਕ ਹੋਵੇ, ਕੋਈ ਬਹੁਤ ਵੱਡਾ ਅਮੀਰ ਕਾਰਪੋਰੇਟ ਹੋਵੇ, ਕੋਈ ਵੀ ਹੋਵੇ। ਸਾਧ ਸੰਗਤ ਜੀ, ਜਦੋਂ ਉਹ ਹਉਮੈ ਦੀ ਸਿਖਰ ਤੇ ਪਹੁੰਚਦਾ ਹੈ, ਉਹਨੂੰ ਇਦਾਂ ਲੱਗਣ ਲੱਗ ਪੈਂਦਾ ਹੈ ਵੀ ਰੱਬ ਕੌਣ ਹੈ? ਰੱਬ ਮੈਂ ਹੀ ਆ, ਮੇਰੇ ਬਿਨਾਂ ਹੋਰ ਕੌਣ ਰੱਬ ਹੈ? ਉਹ ਕਹਿੰਦਾ ਮੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ, ਫਿਰ ਰੱਬ ਮੈਂ ਹੀ ਹੋਇਆ ਨਾ। ਕਈ ਵਾਰ ਕਈ ਧਾਰਮਿਕ ਬੰਦਿਆਂ ਨੂੰ ਵੀ ਲੱਗਣ ਲੱਗ ਪੈਂਦਾ ਹੈ, ਕਈ ਸਾਧੂ, ਆਪਾਂ ਕਹਿੰਦੇ ਆ ਸਾਧੂ ਹੈ, ਪਰ ਉਹ ਹਉਮੈ ਦੀ ਸਿਖਰ ਤੇ ਚੜਿਆ ਹੁੰਦਾ। ਇਸੇ ਤਰ੍ਹਾਂ ਰਾਜਨੀਤਿਕ ਬੰਦੇ ਵੀ, ਸਮਾਜਿਕ ਪੱਧਰ ਤੇ ਵੀ ਕੋਈ ਅਮੀਰ ਆਦਮੀ। ਪ੍ਰਹਿਲਾਦ ਕੌਣ ਹੈ? ਪ੍ਰਹਿਲਾਦ ਉਹ ਸਾਧੂ ਹੈ, ਉਹ ਗੁਰਮੁਖ ਹੈ, ਉਹ ਅੰਦਰੋਂ ਸੱਚਾ ਤੇ ਸੁੱਚਾ ਇਨਸਾਨ ਹੈ, ਜਿਹਦੇ ਹੱਥ ਵਿੱਚ ਸ਼ਕਤੀ, ਜਿਹਦੇ ਹੱਥ ਵਿੱਚ ਤਾਕਤ ਕੋਈ ਨਹੀਂ, ਪਰ ਉਹਦਾ ਭਰੋਸਾ ਬੜਾ ਦ੍ਰਿੜ ਹੈ। ਉਹਦੇ ਅੰਦਰ ਸ਼ਰਧਾ ਤੇ ਪ੍ਰੇਮ ਕੁੱਟ-ਕੁੱਟ ਕੇ ਭਰੀ ਪਈ ਹੈ। ਉਹ ਝੂਠ ਦੇ ਰਾਹ ਤੇ ਨਹੀਂ ਚੱਲਦਾ, ਭਾਵੇਂ ਆਪਣੇ ਮਾਂ-ਬਾਪ ਦੇ ਵਿਰੋਧੀ ਕਿਉਂ ਨਾ ਖਲੋਣਾ ਪੈ ਜਾਏ। ਪ੍ਰਹਿਲਾਦ ਉਹ ਹੈ ਜਿਹੜਾ ਹਰ ਤਸੀਹਾ ਖਿੜੇ ਮੱਥੇ ਸਹਿਣ ਲਈ ਤਿਆਰ ਹੈ, ਪਰ ਉਹ ਸੱਚ ਦਾ ਪੱਲਾ ਛੱਡਣ ਲਈ ਤਿਆਰ ਨਹੀਂ। ਮੇਰੇ ਪਾਤਸ਼ਾਹ ਜੀ ਨੇ ਆਖਿਆ, ਝਾਤੀ ਮਾਰੋ, ਹਰਨਾਕਸ਼ ਤਾਂ ਦੰਦਨਾਉਂਦੇ ਲੱਭ ਜਾਣਗੇ 4 ਚੁਬੇਰੇ, ਪ੍ਰਹਿਲਾਦ ਕਿਤੇ ਨਜ਼ਰ ਨਹੀਂ ਜੇ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰਹਿਲਾਦ ਬਣਾਉਣ ਵਾਸਤੇ ਨਾਮ ਦੀ ਦਾਤ ਦੇ ਛੱਟੇ ਵੰਡੇ, ਸਾਡੀ ਝੋਲੀ ਇਹ ਦਾਤ ਪਾਈ, ਜਿਹਨੂੰ ਪਾਤਸ਼ਾਹ ਜੀ ਸਚਿਆਰ ਕਹਿੰਦੇ ਨੇ, ਜਿਹਨੂੰ ਗੁਰਮੁਖ ਕਹਿੰਦੇ ਨੇ, ਸਾਧੂ ਕਹਿੰਦੇ ਨੇ। ਇਹਨੂੰ ਸਤਿਗੁਰੂ ਜੀ ਨੇ ਸੰਤ ਆਖਿਆ। ਇਹ ਸੰਤ ਦੀ ਕਮਾਈ ਕੀ ਹੈ? ਸੰਤ ਦੇ ਅੰਦਰ ਸ਼ਰਧਾ ਹੋਵੇ, ਭਰੋਸਾ ਹੋਵੇ, ਸਿਦਕ ਹੋਵੇ, ਉਹਦੇ ਅੰਦਰ ਦੈਵੀ ਗੁਣ 7 ਸੰਤੋਖ, ਦਇਆ, ਧਰਮ ਤੇ ਧੀਰਜ ਕੁੱਟ-ਕੁੱਟ ਕੇ ਭਰੇ ਹੋਣ, ਉਹਦੇ ਅੰਦਰ ਸਾਰੇ ਜਗਤ ਦੇ ਪ੍ਰਤੀ ਦਇਆ ਭਾਵਨਾ, ਪ੍ਰੇਮ ਭਾਵਨਾ ਹੋਵੇ, ਉਹ ਸੰਤ ਹੈ। ਜੋ ਵਾਹਿਗੁਰੂ ਦੇ ਭਾਣੇ ਵਿੱਚ ਜਿਉਂਦਾ ਹੈ, ਉਹਦੇ ਹੁਕਮ ਵਿੱਚ ਚੱਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਐਸੇ ਸਿੱਖ ਦੀ ਘਾੜਤ ਘੜੀ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਐਸੇ ਸਿੱਖ ਦੀ ਘਾੜਤ ਘੜੀ ਜਿਹਨੂੰ ਮੇਰੇ ਹਜੂਰ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਜੀਵਨ ਮੁਕਤ ਵੀ ਕਿਹਾ, ਬ੍ਰਹਮ ਗਿਆਨੀ ਵੀ ਕਿਹਾ। ਤੇ ਮੇਰੇ ਹਜੂਰ ਕਹਿੰਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸੁਵਨ ਤੈਸੀਓ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਮੂਤ ਘੜ ਦਿੱਤੀ। ਫਿਰ ਅੱਗੇ ਜਾਈਏ, ਪ੍ਰਹਿਲਾਦ ਭਗਤ ਦੀ ਸਾਖੀ ਦੇ ਵਿੱਚ ਵਰਣਨ ਆਉਂਦਾ ਹੈ, ਜਦੋਂ ਜ਼ੁਲਮ ਆਪਣੀ ਹੱਦ ਟੱਪ ਗਿਆ ਤੇ ਥੰਮ ਪਾੜ ਕੇ ਨਰ ਸਿੰਘ ਪੈਦਾ ਹੋ ਗਿਆ। ਨਰ ਸਿੰਘ ਨੇ ਜ਼ਾਲਮ ਦਾ ਨਾਸ਼ ਕੀਤਾ। ਮੇਰੇ ਹਜੂਰ ਨੇ ਆਖਿਆ, ਉਸ ਸਾਖੀ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਕੇਵਲ ਇੰਨਾ ਫਰਕ ਹੈ, ਉੱਥੇ ਪ੍ਰਹਿਲਾਦ ਹੋਰ ਹੈ, ਨਰ ਸਿੰਘ ਹੋਰ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ,
ਇੱਥੇ ਪਹਿਲਾਂ ਮੇਰੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਪ੍ਰਹਿਲਾਦ ਬਣਾਇਆ, ਮੁੜ ਕੇ ਇਸੇ ਨੂੰ ਨਰਸਿੰਘ ਵੀ ਬਣਾ ਦਿੱਤਾ। ਇੱਥੇ ਨਰਸਿੰਘ ਵੀ ਖਾਲਸਾ ਜੀ ਤੁਸੀਂ ਹੋ, ਇੱਥੇ ਪ੍ਰਹਿਲਾਦ ਵੀ ਤੁਸੀਂ ਹੋ। ਗੁਰੂ का सिख संत भी है, सिपाही भी है, पर शर्त यह है पहला संत बनना पवेगा, मुड़ के सिपाही बनना है। धन गुरु नानक देव जी ने साध संगत जी 1499 तो चेता रखना जी, सुल्तानपुर लोधी की धरती तो 1499 तो संत बनाना शुरू किया। 200 साल लगा ते 1699 विच कलगीधर पातशाह जी ने इस संत नूं सिपाही बना के संपूर्णता बख्श दी। अंदर संत बैठा है, बाहर सिपाही वाली मूरत है। ये गुरसिख बिल्कुल, एक विद्वान ने कहा बदाम दी गिरी दी तरह। बदाम बाहरों बड़ा सख्त हुंदा है ना, कोई यतन करे मैं तोड़ लवां। अजकल तो हालत इदां ने बंदा कवे मैं मूँह ना बदाम भन्ना, कई बार दंद टुट जाता, बदाम नहीं टुटदा। कैल्शियम की कमी आ गई ना, साडे कमजोर हो गए। जिवें बदाम बाहरों बड़ा सख्त है, अंदरों गिरी बड़ी मुलायम है। ये गुरु का खालसा बाहरों बाहरों संत है, वाहिगुरु बाहरों सिपाही है, शस्त्रधारी है। ते जे कोई समझ लवे ये बड़ा अड़ब है, बड़ा सख्त है, नहीं भाई, कदे एदे अंदर उतर के वेखी, एदे वर्गा दयावान ही दुनिया ते कोई नहीं, एदे वर्गा कोमल ही कोई नहीं। साध संगत जी, गुलाब दे फुल नूं कंडे ना होण ते गुलाब दा फुल कदे बच नहीं सकदा। मेरे हजूर ने जो बाहरों बाहरों सिपाही दा रूप दिता, ये अंदर संत दा, ओ अंदरों गुलाब खुशबोइयां वंडदा है। पर हजूर कहंदे ने खुशबोइयां वंडण वाले गुलाब नूं ਐਵੇਂ कोई आके मूँह ना मार जावे, इसलिए इनू बाहरों सिपाही बना के कंडे ला दिते। जे देग दिती है, मेरे पातशाह जी कहते ने कली देग होवेगी, जालम जरवाने देग ते कब्जा कर लैणगे, मजलूमां नू शकन नहीं देणगे। मेरे पातशाह ने देग दे नाल नाल तेग भी दे दिती है। ये संत सिपाही, ये देग ते तेग वाला जिहड़ा कंसैप्ट है ना, ये गुरबाणी दे विच वेखांगे ਤਾਂ ਇਹ ਪ੍ਰਹਿਲਾਦ ਤੇ ਨਰਸਿੰਘ ਵਾਲਾ ਕਨਸੈਪਟ ਹੈ। ਗੁਰਬਾਣੀ ਦੇ ਵਿੱਚੋਂ ਹੀ ਨਹੀਂ, ਇਤਿਹਾਸ ਵਿੱਚੋਂ ਵੀ ਝਾਤੀ ਮਾਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਪ੍ਰਹਿਲਾਦ ਭਗਤ ਵਾਲੀ ਗੁਰੂ ਕੇ ਸਿੱਖਾਂ ਨੂੰ ਬਿਰਤੀ ਦਿੱਤੀ ਹੈ, ਉਹਦਾ ਮੁਜ਼ਾਹਰਾ ਕਰਕੇ ਆਪ ਵਿਖਾਇਆ। ਟੀਚਰ ਪ੍ਰੈਕਟੀਕਲ ਕਰਕੇ ਵਿਖਾਵੇ ਤੇ ਬੱਚਿਆਂ ਨੂੰ ਪੜ੍ਹਨਾ ਆਵੇਗਾ ਨਾ। ਜਿਹੜਾ ਟੀਚਰ ਕਵੇ पढ़ा तुहानू दिता है, पर प्रैक्टिकल करना मैनू नहीं आउंदा, चेता रखो। दे बच्चे ओदा मजाक उड़ाउंदे ने, कहंदे ने आप नू कुछ इहनू आउंदा नहीं, सानू की पढ़ावेगा। पहला मेरे सतगुरां ने आप गुरसिखां नू पढ़ाई करवाई, फिर ओदा प्रैक्टिकल लाहौर विच जाके तत्ती रेत अपने तन ते पवाई, तत्ती तवी ते बैठे, उबलदी देग विच बैठे ते मुख तो बचन उचारे तेरा किया मीठा लागै, हर नाम पदार्थ नानक मंगै। फिर धन श्री गुरु हरगोबिंद साहब ने नरसिंह वाला रूप भी प्रगट करके विखाया। इवें गुरु तेग बहादुर साहब जी ते गुरु गोबिंद सिंह जी, अज दा दिहाड़ा मैनू माफ करना, जदों आपां अज दा दिहाड़ा कहने आ ना, थोड़ी जी मैं डिटेल विच जाना चाहना। विसाखी का दिन आया, बिक्रमी संमत है 1752 बिक्रमी, ते जिहड़ी अंग्रेजी तरीक है ये खालसा जी 30 अप्रैल 1699 ईस्वी, उदण 30 अप्रैल नूं आई सी विसाखी। मेरे पातशाह जी ने गरीब नवाज ने 29 अप्रैल, चेता रखण वाली गल है, 30 अप्रैल वाले दिन नहीं, विसाखी वाले दिन नहीं, बल्कि विसाखी वाले दिन तो एक दिन पहला आसा की वार जी के भोग पए, गुरबाणी की कथा हुई, दीवान सजिया होया है। गुरबाणी की कथा भाई साहब भाई मनी सिंह जी ने की है। मेरे हजूर
ਉੱਠ ਕੇ ਖੜੇ ਹੋਏ, ਮਿਆਨ ਦੇ ਵਿੱਚੋਂ ਤੇਗ ਕੱਢੀ। ਸਾਰੇ ਸਿੱਖ ਬੜੇ ਧਿਆਨ ਨਾਲ ਸੁਣਦੇ ਪਏ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਉਪਦੇਸ਼ ਦੇਣਗੇ, ਕੋਈ ਵਿਸ਼ੇਸ਼ ਪ੍ਰੋਗਰਾਮ ਦੇਣ ਲੱਗੇ ਨੇ। ਅੱਜ ਮੇਰੇ ਸਤਿਗੁਰੂ ਜੀ ਨੇ ਕੋਈ ਲੈਕਚਰ, ਕੋਈ ਉਪਦੇਸ਼ ਨਹੀਂ ਦਿੱਤਾ। ਹਵਾ ਦੇ ਵਿੱਚ ਤੇਗ ਨੂੰ ਲਹਿਰਾਇਆ। ਇਹ ਵਿਸਾਖੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ। ਹਵਾ ਦੇ ਵਿੱਚ ਤੇਗ ਨੂੰ ਲਹਿਰਾਇਆ ਤੇ ਐਲਾਨ ਕੀਤਾ, ਕਿਉਂਕਿ ਮੈਨੂੰ ਖਿਮਾ ਕਰਨਾ, ਹੂ ਬਹੂ ਉਹ ਸ਼ਬਦ ਆਪਾਂ ਨਹੀਂ ਜੇ ਇੱਥੇ ਸੁਣਾ ਸਕਦੇ। ਨਾ ਹੀ ਕਿਸੇ ਦੇ ਵਿੱਚ ਇੰਨੀ ਸ਼ਕਤੀ ਕਿ ਉਹ ਹੂ ਬਹੂ ਉਹਨਾਂ ਸ਼ਬਦਾਂ ਨੂੰ ਲਿਖ ਲਵੇ, ਕੋ ਬੋਲ ਨਾ। ਅਸੀਂ ਕੇਵਲ ਤੇ ਕੇਵਲ ਅਨੁਭਵ ਜਿਹਾ ਥੋੜਾ ਜਿਹਾ ਕਰਕੇ ਆਪਣੇ ਅੰਦਾਜ਼ੇ ਮੁਤਾਬਕ ਉਹ ਸੀਨ ਸਿਰਜਣ ਦਾ ਯਤਨ ਕਰਦੇ ਹਾਂ। ਢਾਡੀ ਸਿੰਘ ਹੋਣ ਜਾਂ ਪ੍ਰਚਾਰਕ ਹੋਣ, ਆਪਣੇ ਅਨੁਭਵ ਦੇ ਨਾਲ ਉਹ ਚਿੱਤਰਨ, ਆਪਣੀ ਕਲਪਨਾ ਦੇ ਨਾਲ ਚਿੱਤਰਨ ਦਾ ਯਤਨ ਕਰਦੇ ਹਾਂ। ਮੇਰੇ ਹਜੂਰ ਨੇ ਤੇਗ ਲਹਿਰਾਈ, ਐਲਾਨ ਕੀਤਾ, ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਕੋਈ ਸਿੱਖ ਆਓ, ਸੀਸ ਭੇਟਾ ਕਰੋ। ਜਿਵੇਂ ਹੁਣੇ ਗੁਰਮੁਖਾਂ ਨੇ ਆਪ ਜੀ ਦੇ ਨਾਲ ਸਾਂਝ ਪਾਈ ਨਾ, ਵੀ ਅੰਦਰ ਕੰਮ ਜਾਂਦਾ ਸੁਣ ਕੇ। ਮੈਂ ਕਈ ਵਾਰਾਂ ਇਹ ਬੇਨਤੀ ਕਰਦਾ, ਖਾਲਸਾ ਜੀ, ਅੱਜ ਦਾ ਕੋਈ ਸਾਧੂ, ਅੱਜ ਦਾ ਕੋਈ ਸੰਤ ਉੱਠੇ ਤੇ ਉਹ ਉੱਠ ਕੇ ਆਪਾਂ ਨੂੰ ਸੀਸ, ਤਾਂ ਬਹੁਤ ਦੂਰ ਦੀ ਗੱਲ ਹੈ। ਕੋਈ ਵਿਰਲਾ ਹੋਵੇਗਾ ਕਮਾਈ ਵਾਲਾ, ਕੋਈ ਵਿਰਲਾ ਉਹਨੂੰ ਛੱਡ ਕੇ, ਕਿਉਂਕਿ ਬਿਲਕੁਲ ਖਤਮ ਨਹੀਂ ਹੋ ਜਾਂਦੇ, ਰਹਿੰਦੇ ਨੇ। ਜੇ ਬਿਲਕੁਲ ਖਤਮ ਹੋ ਗਿਆ ਮਤਲਬ ਸਾਡੇ ਗੁਰੂ ਦੀ ਕਮਾਈ ਨੂੰ ਖੋਰਾ ਲੱਗ ਗਿਆ। ਕੋਈ ਵਿਰਲੇ ਸਾਧੂ ਨੂੰ ਛੱਡ ਕੇ, ਮੈਂ ਕਹਿੰਦਾ ਇੱਥੇ ਕੋਈ ਆ ਕੇ ਕਵੇ ਵੀ ਜਿੰਨੀਆਂ ਮੇਰੀਆਂ ਭੈਣਾਂ, ਜਿੰਨੇ ਮੇਰੇ ਭਰਾਵਾਂ ਨੇ ਕੋਈ ਸੋਨੇ ਦੀ ਮੁੰਦੀ ਪਾਈ, ਛੱਲਾ ਪਾਇਆ ਹੈ, ਕੜਾ ਪਾਇਆ ਹੈ, ਲਿਆਓ ਤੇ ਲਾ ਕੇ ਇੱਥੇ ਰੱਖ ਦਿਓ। ਮੈਨੂੰ ਮਾਫ ਕਰਨਾ, ਸਾਡੇ ਵਰਗੇ ਕਿਸੇ ਸਾਧ ਦੇ ਕਹੇ ਤੇ ਕਿਸੇ ਨੇ ਅੱਧੇ ਤੋਲੇ ਦੀ ਮੁੰਦਰੀ ਨਹੀਂ ਲਾ ਕੇ ਰੱਖਣੀ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ, ਜਿਨ੍ਹਾਂ ਦੇ ਵਿੱਚ ਜੋਤ ਜਗਦੀ ਹੈ ਨਾ, ਜਿਨ੍ਹਾਂ ਦੇ ਅੰਦਰ ਉਹ ਕਮਾਈ ਹੈ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੀ ਮਿਹਰ ਹੈ। ਮੌਜੂਦਾ ਇਤਿਹਾਸ, ਵਰਤਮਾਨ ਦਾ ਇਤਿਹਾਸ ਪੜ੍ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਰਦ ਅਗੰਮੜੇ ਦਾ ਇੱਕ ਮਰਦ ਸਿੱਖ ਉੱਠਿਆ, ਜਦੋਂ ਨੇ ਆਵਾਜ਼ ਦਿੱਤੀ ਤੇ ਆਖਿਆ ਸੀ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਕਿਉਂਕਿ ਅੱਜ ਦਾ ਵਿਸਾਖੀ ਦਾ ਦਿਹਾੜਾ ਕੇਵਲ 1699 ਹੀ ਨਹੀਂ, ਇਹ ਗੁਰਮੁਖ ਪਿਆਰਿਓ 1919 ਵੀ ਯਾਦ ਕਰਾਵੇਗਾ, ਇਹ 1978 ਵੀ ਸਾਨੂੰ ਯਾਦ ਕਰਾਵੇਗਾ। ਜਦੋਂ ਉਸ ਮਰਦ ਸੂਰਮੇ ਸਿੱਖ ਨੇ ਆਵਾਜ਼ ਦਿੱਤੀ, ਸਿਰਾਂ ਦੀ ਲੋੜ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਖਾਲਸੇ ਨੇ ਉਦਣ ਵੀ ਕਰਾਮਾਤ ਵਿਖਾਈ ਤੇ ਖਾਲਸੇ ਨੇ ਇਸ ਦਿਨ ਵੀ ਕਰਾਮਾਤ ਵਿਖਾਈ। ਜਿੱਦਣ ਸੀਸ ਦੀ ਮੰਗ ਹੋਈ, ਖਾਲਸਾ ਉਦਣ ਵੀ ਪਰਖ ਵਿੱਚ ਪੂਰਾ ਉਤਰਿਆ ਤੇ ਮੌਜੂਦਾ ਵਰਤਮਾਨ ਇਤਿਹਾਸ ਵਿੱਚ ਵੀ ਖਾਲਸੇ ਪੰਥ ਨੇ ਆਪਣੀ ਰਵਾਇਤ ਦੀ ਪਿੱਠ ਨਹੀਂ ਲੱਗਣ ਦਿੱਤੀ। ਧੰਨ ਉਹ ਗੁਰੂ ਕੇ ਪਿਆਰੇ, ਜਿਨ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਕਲਾ ਵਰਤਦੀ। ਮੈਂ ਸੁਣਿਆ ਬਾਬਾ ਤਾਰਾ ਸਿੰਘ ਜੀ ਵਾਂ, ਉਹਨਾਂ ਮਹਾਂਪੁਰਖਾਂ ਸ਼ਹੀਦਾਂ ਦਾ ਅਸਥਾਨ ਬਣ ਰਿਹਾ ਸੀ, ਬਾਰਡਰ ਤੇ ਹੈ। ਉਹ ਤੇ ਗੁਰਮੁਖ ਪਿਆਰੇ, ਨਾਮ ਦੇ ਵਿੱਚ ਰੱਤੀ ਹੋਈ ਰੂਹ, ਨਾਮ ਨਹੀਂ ਲੈਣ ਦੀ ਲੋੜ ਆਪਾਂ ਨੂੰ, ਨਾ ਲੈਣਾ ਚਾਹੀਦਾ। ਕੇਵਲ ਉਦਾਹਰਣ, ਸੰਗਤ ਜੁੜੀ ਹੋਈ ਸ਼ਹੀਦੀ ਦਿਹਾੜੇ ਤੇ ਕਹਿਣ ਲੱਗੇ, ਖਾਲਸਾ ਜੀ ਸ਼ਹੀਦਾਂ ਸਿੰਘਾਂ ਦਾ ਸਥਾਨ ਬਣਦਾ ਪਿਆ ਹੈ ਤੇ ਸ਼ਹੀਦਾਂ ਨੇ ਆਪਣੇ ਵਾਸਤੇ ਸਭ ਕੁਝ ਵਾਰਿਆ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿੰਨੀ ਕਿਸੇ ਨੇ ਕੋਈ ਟੂਮ, ਕੋਈ ਛੱਲਾ, ਕੋਈ ਮੁੰਦੀ ਪਾਇਆ ਹੋਇਆ ਹੈ, ਅੱਜ ਸ਼ਹੀਦਾਂ ਦੇ ਨਾਂ ਤੇ ਇਹਦੇ ਟੋਕਰੀ 'ਚ ਪਾ ਦਿਓ। ਕਹਿੰਦੇ ਨੇ ਕੋਈ ਐਸਾ ਸ਼ਖਸ ਨਹੀਂ ਸੀ ਜਿਹਦੇ ਕੋਈ ਹੱਥ ਵਿੱਚ, ਗਲ ਵਿੱਚ, ਕੰਨਾਂ ਵਿੱਚ ਕੋਈ ਸੋਨਾ ਹੋਵੇ ਤੇ ਉਹਨੇ ਲਾ ਕੇ ਟੋਕਰੀ 'ਚ ਨਾ ਪਾ ਦਿੱਤਾ ਹੋਵੇ। ਬਸ਼ਰਤੇ ਜਿਨੇ ਆਵਾਜ਼ ਮਾਰੀ ਹੈ ਉਹਦੇ ਅੰਦਰ ਦੀ ਕਮਾਈ ਕਿੰਨੀ ਹੈ, ਕੀ ਉਹਦੇ ਅੰਦਰ ਜੋਤ ਜਗਦੀ ਹੈ, ਕੀ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਵਾਲੀ ਕਲਾ ਮੌਜੂਦ ਹੈ ਕਿ ਨਹੀਂ ਹੈ। ਜੇ ਉਹ ਅੰਦਰੋਂ ਖਾਲਸ ਹੋਵੇਗਾ, ਉਹਦੀ ਆਵਾਜ਼ ਨੂੰ ਬੂਰ ਪਵੇਗਾ, ਪਰ ਜੇ ਗੁਰੂ ਗੋਬਿੰਦ ਸਿੰਘ ਨਾਲੋਂ ਟੁੱਟਾ ਹੋਵੇਗਾ ਫਿਰ ਗੱਲ ਕਿਵੇਂ ਬਣ ਸਕੇਗੀ। ਕਲਗੀਧਰ ਜੀ ਨੇ ਸੀਸ ਮੰਗਿਆ। ਇੱਕ ਗੁਰੂ ਕਾ ਸਿੱਖ ਉੱਠਿਆ, ਕੀ ਨਾਂ ਹੈ ਤੇਰਾ?
जी दास का नाम दया राम है, कितों आए हो? लाहौर तो। मेरे पातशाह जी मुस्कुरा के कहते ने लाहौर विच दया मौजूद है। वेखो किड्डी करामात है ना, लाहौर दे विच भी दया मौजूद है। अजे तक लै गए, सिखा ने अनुभव किया कि सीस वढ़ लिया गया है। फिर मुड़ के आए ने तलवार लहराई। साध संगत जी, दूजा सिख आया, की नाम है? मेरा नाम धर्मचंद है। कितों आए हो? महाराज जी मैं दिल्ली तो हस्तनापुर तो आया। हजूर मुस्कुरा के कहते ने दिल्ली दे विच धर्म जिउंदा है अजे तक? दिल्ली दे विच धर्म कितों आ गया? मेरे पातशाह कहण दा मतलब ये सी, लाहौर विचों दया ते दिल्ली दे विच धर्म पैदा करके विखाया है। इसे तरह फिर भाई हिम्मत सिंह जी, भाई मोहकम सिंह जी, भाई साहब सिंह जी, मेरे दाता जी ने पंजां दे सीस लै लै नवां जीवन दिता है। इते विद्वान सज्जन ये जरूर कहिंदे ने, एवें झगड़ा करके कोई कहिंदा कि अंदर सीस वड्डे के बकरे वड्डे, ये बहुत चर्चा चलदी है ना। साडे विच इहो जे बड़े लोग ने जिन्ना चिर सोशल मीडिया ते जाके गुरु के सिखां नूं परेशान ना कर देण, दुबदा च ना पा देण, झगड़ा ना करा देण, उन्हां दी रोटी हजम नहीं हुंदी। साध संगत जी ये तो मसले ही कोई नहीं गल्लां करन वाले। विद्वान सज्जना ने ये गल लिखी, कहण लगे जे गुरु गोबिंद सिंह ने तंबू लाया सी, ਇਹਦਾ मतलब गुरु के सिखा तैनू हुक्म सी तू अंदर झाती नहीं मारनी, तैनू किने हक दिता तू गुरु गोबिंद सिंह दे कीते पड़दे नू चुग चुग के ਉਹਦੇ अंदर वेंदा फिरे भी अंदर की होया। गल इन्नी है, सतगुरु ने परचा पाया, सिखा ने वो परचा पास कर लिया, पूरे नंबरां विच पास किया। मेरे हजूर इन्हां गुरु के सिखा नू नीले बाणे पवा के नवें जामियां दे विच शिंगार के मुड़ के स्टेज ते ले आए। ते सारी संगत जदों सन्मुख वेंदी है, अगे 5 सिंह होर खलोते ने, वो बेनती करके कहिंदे महाराज असीं भी सीस देण दी उड़ीक करदे सां, तुसीं आवाज़ नहीं मारी, पर असीं अपने मन च धार लिया सी सीस देने ने, असीं भी हाज़र आ, साडे भी सीस लो। सवाल नहीं कीता कि सीस क्यों लैणे ने, कोई प्रश्न नहीं किया कि सीस लैके करने की ने, भेटा कर दिते। सतगुर आगे सीस भेट देओ, जे सतगुर सच है भावै। मुस्कुरा के मेरे सतगुरु ने इन्हां दे सीस प्रवान कीते ते बख्शिश करके आख्या ये मेरे 5 प्यारे ने ते तुसी 5 मुक्ते होए, क्योंकि तुसां भी सीस भेट कीता, उन्हां नूं मुक्ते दा खिताब दे दिता। फिर विसाखी दा दिन अगले दिन आया, अज दा दिहाड़ा, अमृत छकाया, रहत दिती। ते जेड़े सज्जन कहिंदे ने ना कि मन साफ है अमृत छकण दी की लोड़, उन्हां लोकां नूं समझाउण लई मेरे सतगुरां ने गोडे टेक लए, आप हथ अड्डिया ते आख्या खालसा जी मैनू भी अमृत की दात दे के गोबिंद राय तो गोबिंद सिंह बना दिओ। जिन्हां ने अमृत नहीं छकिया ना, एक करतब मेरे सतगुरां ने कीता ही उन्हां लई है। जेड़े कहिंदे ने मन साफ है अमृत छकन की की लोड़, भोलिओ जे तुहाडा मन साफ है, मैं नहीं कहंदा तुहाडा मन साफ नहीं है, मन साफ है तुहाडा ते तुहाडे लई तां फिर अमृत बनिया है। जिहदा मेरे वर्गे मूर्ख दा मन साफ नहीं ना, ਉਹਦੇ मन रूपी भांडे 'ਚ अमृत टिकना भी नहीं। अमृत उस भांडे विच टिकेगा जिहड़ा भांडा साफ है, जिहड़ा भांडा अंदरों मैला है ਉਹਦੇ विच अमृत ने टिकना भी नहीं जे। मेरे हजूर ने जदों हथ अड्डे ने आख्या अमृत की दात हुण इत्ते ध्यान रखना, सतगुरु ने अपने आप नूं खालसे दे विच मिला दिता ते खालसे नूं अपने बराबर की पदवी दे के निवाजिया। सतगुरु वखरे नहीं रहे, अपने आप नूं खालसे दे विच मिला दिता है। तां ही तां बचन आखे ने खालसा मेरी जान की जान,
ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਓ ਸੋ ਬਿਰਦ। ਮੇਰੇ ਦਾਤਾ ਜੀ ਕਹਿਣ ਲੱਗੇ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਬਚਨ ਆਖੇ ਨੇ ਕਿਉਂਕਿ ਆਪਣੇ ਆਪ ਨੂੰ ਖਾਲਸੇ ਦੇ ਵਿੱਚ ਮਿਲਾ ਦਿੱਤਾ ਹੈ, ਵੱਖਰਾ ਨਹੀਂ ਰੱਖਿਆ। ਇਹ ਨਹੀਂ ਕਿਹਾ ਤੁਸੀਂ ਮੇਰੀਆਂ ਭੇਡਾਂ ਤੇ ਮੈਂ ਤੁਹਾਡਾ ਚਰਵਾਹਾ, ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਬੱਚੇ ਤੇ ਮੈਂ ਤੁਹਾਡਾ ਬਾਪ, ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਸ਼ਾਗਿਰਦ ਮੈਂ ਤੁਹਾਡਾ ਉਸਤਾਦ, ਤੁਸੀਂ ਮੇਰੇ ਚੇਲੇ ਮੈਂ ਤੁਹਾਡਾ ਗੁਰੂ, ਬਿਲਕੁਲ ਨਹੀਂ। ਜਦੋਂ ਹਜੂਰ ਨੂੰ ਪੁੱਛਿਆ ਇਹ ਸਿੱਖ ਤੁਹਾਡੇ ਚੇਲੇ, ਤੁਹਾਡੇ ਸੇਵਕ, ਤੁਹਾਡੇ ਗੁਲਾਮ ਕੌਣ ਨੇ, ਤੁਹਾਡੇ ਬੱਚੇ ਨੇ, ਤੁਹਾਡੀਆਂ ਭੇਡਾਂ ਨੇ, ਕੌਣ ਨੇ? ਤੇ ਮੇਰੇ ਦਾਤਾ ਜੀ ਨੇ ਆਖਿਆ ਅੱਗੇ ਤੋਂ ਭੁੱਲ ਕੇ ਇਹ ਸਵਾਲ ਮੈਨੂੰ ਕੋਈ ਨਾ ਕਰਿਓ, ਕਿਉਂਕਿ ਨਾ ਇਹ ਮੇਰੇ ਚੇਲੇ ਨੇ, ਨਾ ਇਹਨਾਂ ਨੂੰ ਮੈਂ ਸਜਾਇਆ ਹੈ। ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। मेरे दाता जी ने आख्या युद्ध जिते इन्हीं के प्रसाद, इन्हीं के प्रसाद सुदान करे, अग औग टरे इन्हीं के प्रसाद, इन्हीं की कृपा पुन धाम भरे, इन्हीं की प्रसाद सो विद्यालयी, इन्हीं की कृपा सब सतर मरे, इन्हीं की कृपा के सजे हम हैं, नहीं मोसो गरीब करोड़ परे। ये मेरे सतगुरां ने वडियाई दिती खालसे, किड्डी वड्डी वडियाई कि जदों मेरे पातशाह जी खालसा सजा के आप अमृत की दात मंगते ने ते मेरे सतगुरां नूं सिखां ने कहा है महाराज अमृत की दात दा आपने मुल रखिया सीस पेटा, सारा कुछ ही देना पैना। महाराज आप जी का खालसा आप दे बनाए नियम के अनुसार आप दे कोलों सीस भेट मंगदा है, ते मेरे हजूर ने ये कृपा कर दी। मोह ग्रेह में मन ते तन ते सिर लो, धन है सब ही इन्हीं को। खालसा जी मेरा तन, मेरा मन, मेरा धन, मेरे पुत्र सारा कुछ तुहाडा है। खालसे दे सामने अपना सरबंस ही भेटा कर दिता। अमृत की दात लई ते अमृत की दात लैके आप गुरु गोबिंद राय जी तो गुरु गोबिंद सिंह बने। जे पहाड़ी राजियां ने सतगुरां दे कोल आके ये शर्त रख दी ते कहा असी तुहाडे सिंह सज्जन लई तैयार हां, पर इको बेनती है कि जिस प्रकार जिवें सनातन मत दे विच वर्ण व्यवस्था लागू है, खालसे दे विच भी वर्ण व्यवस्था लागू कर दिओ तां असीं भी सिंह सज जावांगे। ਇਹਦਾ मतलब की है वर्ण व्यवस्था का? साध संगत वर्ण व्यवस्था कहती है धार्मिक कर्म ब्राह्मण करेगा, मतलब गुरु की ताबिया ब्राह्मण बहेगा। जिहदा ब्राह्मण के घर जन्म है वो करेगा, वो कथा करेगा। फिर कहते ने शस्त्र रखण का अधिकार खतरी नूं है, 3 फुट्टी किरपान केवल खतरी पहन सकेगा। ते वैश्य का काम है किरत कमाई करनी, दसवंध कढ़ना। शूदर का काम होवेगा तू बाहर बैठा जोड़े झाड़ी जा ते लंगर दे जूटे भांडे मांजी जा, इस तो वध के तैनूं कोई अधिकार नहीं। जदों ये गल पहाड़ी राजियां राजपूतां ने रखी, मेरे पातशाह जी ने जो उत्तर दिता, ज्ञानी ज्ञान सिंह जी ने लिखिया है नवीन पंथ प्रकाश दे विच, उन्होंने बचन बड़े प्यारे लिखे। श्री गुर सोभा विच भी ऐसे रलते मिलते बचन ने। ज्ञानी ज्ञान सिंह जी कहते ने धन गुरु गोबिंद सिंह जी तखत तो उठे, गज के ये जवाब विच फरमान किया नाम गरीब निवाज हमारा है, जग में प्रसिद्ध अपारा, जग में ये सफला तब थ है। लघु जात को बड़पन, लघु का मतलब है छोटियां जातां जिन्हां नूं कहंदे हो, लघु जात को बड़पन दे है, जिनकी बरन जात कुल माही, सरदारी ना भई कदाही, इन्हीं को सरदार बनाऊं, तबै गोबिंद सिंह नाम कहाऊं। ओ मेरे वीर जेड़े अपने आप नूं बाबा जी, बाबा जीवन सिंह जी दा वारिस कोई गिणदा होवे, कोई दावा भर के कवे असी भगत रविदास जी दे, शब्द वरदे ने गुरु रविदास जी दे वारिस हां। मेरी बेनती नूं थोड़ा जिहा ध्यान दिओ। अज कल दे राजनीतिक लीडरां दियां आपां बहुत गल्लां करदे हां,
ਫਲਾਣੇ ਨੇ ਸਾਨੂੰ ਫਲਾਣਾ ਅਧਿਕਾਰ ਲੈ ਦਿੱਤਾ। ਓਏ ਉਹਨਾਂ ਜ਼ਮਾਨਿਆਂ ਦੇ ਵਿੱਚ ਝਾਤੀ ਮਾਰੋ ਜਦੋਂ ਇਹਨਾਂ ਅਧਿਕਾਰਾਂ ਦੀ ਗੱਲ ਵੀ ਕੋਈ ਨਹੀਂ ਸੀ ਕਰ ਸਕਦਾ, ਸੋਚ ਵੀ ਨਹੀਂ ਸੀ ਸਕਦਾ। ਉਹਨਾਂ ਜ਼ਮਾਨਿਆਂ 'ਚ ਕਲਗੀਧਰ ਜੀ ਨੇ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਲਾਡ ਲੜਾਇਆ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਜਾ ਕੀ ਛੋਤ ਜਗਤ ਕੋ लागै ता पर तू ही टरे, नीचो ऊंच करे मेरा गोबिंद काहू ते ना डरै। ਅੱਜ ਉਹ ਦਿਹਾੜਾ ਜਦੋਂ ਮੇਰੇ ਹਜੂਰ ਨੇ ਸਭ ਜਾਤਾਂ ਪਾਤਾਂ ਮੇਟ ਦਿੱਤੀਆਂ, ਮੇਰੇ ਪਾਤਸ਼ਾਹ ਨੇ ਸਾਰੇ ਸਾਡੇ ਅੰਦਰ ਦੇ ਬੰਧਨ ਤੋੜ ਦਿੱਤੇ। ਮੇਰੇ ਸਤਿਗੁਰੂ ਨੇ ਪਹਿਲਾਂ ਸਾਨੂੰ ਪ੍ਰਹਿਲਾਦ ਵਰਗੇ ਭਗਤ, ਸਾਡੇ ਅੰਦਰ ਸ਼ਰਧਾ ਦੇਵੀ ਗੁਣ, ਸਾਡੇ ਅੰਦਰ ਉਹ ਪ੍ਰੇਮ ਭਰਿਆ, ਤੇ ਫਿਰ ਸਾਨੂੰ 5 ਕਕਾਰ ਦੇ ਕੇ ਅੰਮ੍ਰਿਤ ਦੀ ਗੁੜਤੀ ਦੇ ਕੇ ਨਰ ਸਿੰਘ ਵਰਗੇ ਸਿਪਾਹੀ ਬਣਾਇਆ। ਜ਼ੁਲਮ ਦੇ ਸਾਹਮਣੇ ਖੜੇ ਕਰ ਦਿੱਤਾ ਤੇ ਕਹਿ ਦਿੱਤਾ, ਜ਼ਾਲਮਾ ਜੇ ਮੇਰੇ ਛੋਟੇ ਲਾਲਾਂ ਵੱਲ ਤੱਕੇਗਾ ਤੇ ਤੈਨੂੰ ਪ੍ਰਹਿਲਾਦ ਨਜ਼ਰ ਆਵੇਗਾ, ਮੇਰੇ ਵੱਡੇ ਸਾਹਿਬਜ਼ਾਦਿਆਂ ਵੱਲ ਤੱਕੀ ਤੇ ਤੈਨੂੰ ਨਰ ਸਿੰਘ ਨਜ਼ਰ ਆ ਜਾਏਗਾ। ਸਿੱਖੀ ਦੇ ਵਿੱਚ ਦੋਵੇਂ ਪਰੰਪਰਾਵਾਂ ਨੇ, ਸੰਤ ਦੀ ਪਰੰਪਰਾ ਵੀ, ਸਿਪਾਹੀ ਦੀ ਪਰੰਪਰਾ ਵੀ। ਆ ਬੇਨਤੀ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਅੱਜ ਦੇ ਮੰਜ਼ਰ ਦੇ ਵਿੱਚ ਖਾਸ ਕਰਕੇ ਭਾਰਤ ਦੇਸ਼ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਵਿਚਰਨ ਵਾਲਾ ਗੁਰੂ ਦਾ ਸਿੱਖ, ਕਦੇ ਸਾਨੂੰ 에ਅਰਪੋਰਟ ਤੇ ਨੌਕਰੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਇਹ ਕਿਰਪਾਨ ਪਾ ਕੇ ਆਉਣੀ ਹੈ ਤੇ ਨੌਕਰੀ ਨਹੀਂ ਕਰ ਸਕਦਾ, ਕਿਰਪਾਨ ਲਾ ਕੇ ਆ। ਕਦੇ ਮੈਟਰੋ ਦੇ ਸਟੇਸ਼ਨ ਤੇ ਸਿੱਖ ਨੌਜਵਾਨ ਨੂੰ ਡੱਕ ਦਿੱਤਾ ਜਾਂਦਾ ਹੈ, ਕਿਰਪਾਨ ਪਹਿਲਾਂ ਚੈੱਕ ਕਰਾ ਵਿਖਾ। ਕਦੇ ਕਿਸੇ ਸਕੂਲ ਵਿੱਚ ਦਸਤਾਰ ਤੋਂ, ਕਦੇ ਕਿਸੇ ਥਾਂ ਕੜੇ ਤੋਂ ਭਾਰਤ ਦੇ ਲੋਕਾਂ ਨੂੰ ਗੁਰੂ ਕਾ ਖਾਲਸਾ ਇਹ ਸੁਨੇਹਾ ਦੇ ਦੇਵੇ। ਤੁਸੀਂ ਇਹ ਤਾਂ ਚੰਗਾ ਸਮਝਦੇ ਹੋ ਕਿ ਗੁਰੂ ਕਾ ਸਿੱਖ ਬਾਲਟੀ ਲੈ ਆਵੇ ਲੰਗਰ ਵਾਲੀ, ਗੁਰੂ ਕਾ ਸਿੱਖ ਟੈਂਟ ਲੈ ਆਵੇ ਉਜੜਿਆਂ ਹੋਇਆਂ ਨੂੰ ਆਸਰਾ ਦੇਣ ਲਈ, ਸੰਤ ਦੇ ਰੂਪ ਦੇ ਵਿੱਚ ਖਾਲਸਾ ਆਵੇ। ਭਾਰਤ ਵਾਸੀਓ, ਇਹ ਪੈਕੇਜ ਇਕੱਠਾ ਹੀ ਮਿਲਣਾ ਹੈ। ਸੰਤ ਤੇ ਸਿਪਾਹੀ ਅੱਡ ਅੱਡ ਨਹੀਂ ਜੇ ਰਹਿਣੇ। ਜੇ ਸੰਤ ਚੰਗਾ ਲੱਗਦਾ ਤੇ ਸਿਪਾਹੀ ਇਹਨੇ ਕਿਰਪਾਨ ਘਰੇ ਨਹੀਂ ਰੱਖ ਕੇ ਆਉਣੀ, ਇਹਨੇ ਨਾਲ ਲਿਆਉਣੀ ਹੈ। ਤੇ ਜੇ ਬਿਲਕੁਲ ਹੀ ਚੰਗਾ ਨਹੀਂ ਲੱਗਦਾ ਤਾਂ ਫਿਰ ਸਾਨੂੰ ਦੱਸ ਦਿਓ, ਅਸੀਂ ਵੀ ਸੋਚਣ ਵਾਲੇ ਬਣੀਏ ਵੀ ਅਸੀਂ ਕੀ ਕਰਨਾ। ਇਹ ਸਰਕਾਰਾਂ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਸਿੱਖ ਪੰਥ ਨੂੰ ਇਹ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਹਰ ਇੱਕ ਲੈਵਲ ਤੇ, ਕਿ ਜਿਹੜਾ ਕਿਹੜਾ ਸਾਡੇ ਕਕਾਰਾਂ ਤੇ ਸਾਡੀ ਦਸਤਾਰ ਤੇ ਉਂਗਲ ਕਰਕੇ ਜਦੋਂ ਉਹਨੂੰ ਪਤਾ ਲੱਗਦਾ ਹੁਣ ਮੇਰੀ ਨੌਕਰੀ ਤੇ ਗੱਲ ਆਈ, ਫਿਰ ਕਹਿੰਦਾ ਜੀ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਪਤਾ ਨਹੀਂ ਸੀ। ਵਾਹ ਓਏ, ਤੁਹਾਡੇ ਭਾਰਤ ਦੇ ਵਸਣ ਵਾਲੇ ਹੋਵੋ ਤੇ ਤੁਹਾਨੂੰ ਇਹ ਪਤਾ ਹੀ ਨਾ ਹੋਵੇ ਵੀ ਖਾਲਸੇ ਦੀ ਮਰਜ਼ਾਦਾ ਕੀ ਹੈ, ਤੁਹਾਨੂੰ ਇਹ ਪਤਾ ਹੀ ਨਾ ਹੋਵੇ ਕਿ ਸਿੱਖ ਦਾ ਜੀਵਨ ਕੀ ਹੈ, ਸਿੱਖ ਦੇ ਕਕਾਰ ਕੀ ਨੇ ਉਹਦੇ ਵਾਸਤੇ। ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਸਾਡੇ ਭਾਰਤ ਦੇ ਲੋਕਾਂ ਲਈ, ਸਾਡੇ ਸਿੱਖਾਂ ਲਈ। ਖਾਸ ਕਰਕੇ ਮੈਂ ਕਹਿੰਦਾ ਉਹਨਾਂ ਸਿੱਖਾਂ ਲਈ ਜਿਹੜੇ ਮਿਨਿਸਟਰਾਂ ਦੀਆਂ ਕੁਰਸੀਆਂ ਤੇ, ਵੱਡੇ ਵੱਡੇ IPS IAS ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਉਹ ਸਾਡੇ ਭਰਾਓ, ਇਹ ਤੁਹਾਡੀ ਜ਼ਿੰਮੇਵਾਰੀ ਹੈ ਹਰ ਇੱਕ ਜਗ੍ਹਾ ਤੇ ਵੱਧ ਤੋਂ ਵੱਧ ਇਹ ਪ੍ਰਚਾਰ ਹੋਵੇ ਕਿ ਖਾਲਸੇ ਦੇ ਕਕਾਰ ਉਹਦੇ ਲਈ ਕਿੰਨੀ ਅਹਿਮੀਅਤ ਰੱਖਦੇ ਨੇ, ਖਾਲਸੇ ਦਾ ਸਰੂਪ ਉਹਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ। ਖਾਲਸਾ ਸੰਤ ਵੀ ਹੈ, ਸਿਪਾਹੀ ਵੀ ਹੈ। ਤੇ ਮੈਂ ਇਹ ਆਪ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਇਹ ਕਹਿੰਦਾ ਜਾਵਾਂ, ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਜਿਹੜੇ ਪੰਜਾਂ ਕਕਾਰਾਂ ਤੇ ਪੰਜਾਂ ਬਾਣੀਆਂ 'ਚ ਪਰਪੱਕ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਕੀ ਬਾਣੀ ਵੱਲ ਮੋੜਨ ਵਾਸਤੇ ਮਨ ਨਾਲ ਯੁੱਧ ਲੜਿਆ ਹੈ। ਮਨਾਂ ਪੰਜਾਂ ਵਿਕਾਰਾਂ ਤੋਂ ਦੂਰ ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ। ਉਹਨਾਂ ਲਈ ਅੱਜ ਦੇ ਦਿਨ ਮੇਰੇ ਹਜੂਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਵੈਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਇਹ ਬਚਨ ਗੁਰੂ ਨਾਨਕ ਦੇਵ ਜੀ ਨੇ ਕੀਤੇ ਨੇ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਅੰਮ੍ਰਿਤ ਨਹੀਂ ਛਕਿਆ, ਜਾਂ ਜੇ ਛਕਿਆ ਵੀ ਹੈ ਤੇ ਰਹਿਤ ਦੇ ਵਿੱਚ ਪਰਪੱਕ ਨਹੀਂ,
ਨਿਤਨੇਮ ਵਿੱਚ ਪਰਪੱਕ ਨਹੀਂ, ਅੰਦਰ ਸਾਡਾ ਪੰਜਾਂ ਵਿਕਾਰਾਂ ਦੇ ਮਗਰ ਦੌੜ ਰਿਹਾ ਹੈ। ਉਹਨਾਂ ਲਈ ਮੇਰੇ ਦਾਤਾ ਜੀ ਫਿਰ ਕਹਿੰਦੇ ਨੇ, ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਧੰਨ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਉਹਦੇ ਜੀਵਨ ਵਿੱਚ ਆਨੰਦ ਸੁੱਖ ਕਿੱਥੇ। ਜਿਨ੍ਹਾਂ ਦਾ ਆਪਣੇ ਸਤਿਗੁਰੂ ਨਾਲੋਂ ਆਪਣੇ ਮਰਕਜ਼ ਨਾਲੋਂ ਜੁਦਾਈ ਪੈ ਗਈ। ਸੋ ਖਾਲਸਾ ਜੀ ਇਤਨੇ ਕੁ ਬਚਨ ਪ੍ਰਵਾਨ ਕਰਨੇ। ਬਹੁਤ ਖੁਸ਼ੀ ਹੋਈ ਜਦੋਂ ਦਾਸ ਪ੍ਰਵੇਸ਼ ਹੋਇਆ ਅੰਦਰ, ਤੇ ਆਉਂਦਿਆਂ ਸਾਰ ਉਦੋਂ ਭੁਜੰਗੀ ਭੁਜੰਗਣਾ ਛੋਟੇ ਬੱਚੇ ਕੀਰਤਨ ਕਰ ਰਹੇ। ਬੜਾ ਸੋਹਣਾ ਸਤਿਗੁਰਾਂ ਦੀ ਰਹਿਮਤ ਹੈ ਕਿ ਸਤਿਕਾਰਯੋਗ ਵੱਡੇ ਵੀਰ ਜੀ ਭਾਈ ਮਨਦੀਪ ਸਿੰਘ ਜੀ, ਸਤਿਗੁਰੂ ਇਹਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਨੇ। ਤੁਹਾਡੇ ਲਾਗੇ ਨਗਰ ਸੈਦੋਵਾਲ, ਉੱਥੇ ਵੀ ਅਕਸਰ ਗੁਰੂ ਕੀਆਂ ਸੰਗਤਾਂ ਦਾਸ ਨੂੰ ਸੇਵਾ ਲਾਉਂਦੀਆਂ ਨੇ। ਉੱਥੇ ਵੀ ਮੈਂ ਦਰਸ਼ਨ ਕੀਤੇ ਨੇ ਕਿ ਛੋਟੇ ਬੱਚੇ ਉਹ ਬੜੀ ਰੀਝ ਨਾਲ ਬੜੇ ਪ੍ਰੇਮ ਨਾਲ ਕੀਰਤਨ ਕਰਦੇ, ਗੁਰਮਤਿ ਸਿੱਖ ਦੇ। ਅਰਦਾਸ ਹੈ ਸਤਿਗੁਰੂ ਇਸੇ ਤਰ੍ਹਾਂ ਇਹਨਾਂ ਗੁਰਮੁਖਾਂ ਨੂੰ ਤੰਦਰੁਸਤੀਆਂ ਸਿਹਤ ਜਾਬੀਆਂ ਬਖਸ਼ ਕੇ ਆਪਣੀ ਸੇਵਾ ਕਰਵਾਉਂਦੇ ਰਹੋ। ਸਾਡੇ ਦਾਸਰਿਆਂ ਨੂੰ ਵੀ ਆਪਣੇ ਚਰਨਾਂ ਦੀ ਪ੍ਰੀਤੀ ਭੈ ਭਾਵਨੀ ਤੇ ਪ੍ਰਤੀਤੀ ਬਖਸ਼ਿਓ। ਸਮੇਂ ਦੀ ਸਮਾਪਤੀ ਹੈ ਜੀ। ਸਰਬੱਤ ਸੰਗਤਾਂ ਦਾ ਧੰਨਵਾਦ, ਸਤਿਗੁਰੂ ਜੀ ਦਾ ਸ਼ੁਕਰਾਨਾ। ਅਸੀਸ ਦਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।